ਜਲਾਲਾਬਾਦ ਦੇ ਮੰਡੀ ਲਾਧੂਕਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਹੈਗਾ ਉਹ ਮਾਣ ਮਰਿਆਦਾ ਨੂੰ ਜਿਹੜਾ ਹੈਗਾ ਵੱਡੀ ਜਿਹੜੀ ਹੈਗੀ ਆ ਉਲੰਘਣਾ ਕੀਤੀ ਜਾ ਰਹੀ ਹੈ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਇੱਕ ਪੁਰਾਣੀ ਇਮਾਰਤ ਹੈ। ਹਾਲਾਂਕਿ ਇਮਾਰਤ ਜਿਹੜੀ ਹੈ 47 ਦੀ ਵੰਡ ਤੋਂ ਪਹਿਲਾਂ ਇੱਕ ਮਸਜਿਦ ਸੀ। ਮੁਸਲਿਮ ਸਮਾਜ ਦਾ ਜਿਹੜਾ ਹੈਗਾ ਉਹ ਪੂਜਣਯੋਗ ਅਸਥਾਨ ਸੀ, ਮਸਜਿਦ ਸੀ। ਵੰਡ ਤੋਂ ਬਾਅਦ ਇਹ ਇਲਾਕਾ ਜਿਹੜਾ ਹੈਗਾ ਭਾਰਤ ਪੰਜਾਬ ਵਾਲੇ ਪਾਸੇ ਆ ਗਿਆ ਤਾਂ ਇਸ ਪਿੰਡ ਦੇ ਵਿੱਚ ਕੁਝ ਗਿਣਤੀ ਸਿੱਖਾਂ ਦੀ ਵੀ ਸੀਗੀ। ਬੇਸ਼ੱਕ ਉਹ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਸਹਿਜਧਾਰੀ ਸਿੱਖ ਸੀਗੇ ਜਿਹੜੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ, ਪਰ ਗੁਰੂ ਜਿਹੜਾ ਹੈਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮੰਨਦੇ ਸੀਗੇ। ਤਾਂ ਹੁਣ ਇੱਥੇ ਕੀ ਹੋ ਰਿਹਾ, ਇਸ ਜਿਹੜਾ ਹੈਗਾ ਇਮਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪਿਛਲੇ ਲੰਬੇ ਸਮੇਂ ਤੋਂ ਆ, ਪਰ ਇੱਕ ਵੱਡੀ ਗੱਲ ਜਿਹੜੀ ਵਿਵਾਦਤ ਹੈਗੀ ਆ ਤੇ ਇਤਰਾਜ਼ਯੋਗ ਆ, ਉਹ ਇੱਕੋ ਹੀ ਬਿਲਡਿੰਗ ਦੇ ਵਿੱਚ ਦੋ ਜਗ੍ਹਾ ਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੱਜੇ ਪਾਸੇ ਅੱਡ ਪ੍ਰਕਾਸ਼ ਹੁੰਦਾ, ਖੱਬੇ ਪਾਸੇ ਅੱਡ ਪ੍ਰਕਾਸ਼ ਹੁੰਦਾ। ਦੋ ਪਾਲਕੀ ਸਾਹਿਬ ਜਿਹੜੇ ਹੈਗੇ ਉਹ ਇੱਥੇ ਰੱਖੇ ਗਏ ਨੇ। ਅਸੀਂ ਹੁਣ ਤੁਸੀਂ ਦੇਖੋ ਸਹਿਜੇ ਸਮਝ ਜਾਓਗੇ। ਇਸ ਵਕਤ ਖੱਬੇ ਪਾਸੇ ਇੱਕ ਪਾਲਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਹੈ, ਇੱਕ ਸੱਜੇ ਪਾਸੇ ਹੈ ਪਾਲਕੀ ਸਾਹਿਬ ਜਿੱਥੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਪ੍ਰਕਾਸ਼ ਕੀਤਾ ਜਾਂਦਾ ਹੈ। ਇੱਧਰ ਸੰਗਤ ਅਲੱਗ ਬੈਠਦੀ ਹੈ, ਉੱਧਰ ਸੰਗਤ ਅਲੱਗ ਬੈਠਦੀ ਹੈ। ਇੱਧਰ ਪਾਠ ਹੁੰਦਾ, ਉੱਧਰ ਹੁੰਦਾ ਕਈ ਵਾਰ ਜਾਂ ਵੱਖਰੇ ਤੌਰ 'ਤੇ ਹੁੰਦਾ, ਕਿਉਂਕਿ ਅੱਜ ਅਸੀਂ ਦੇਖਿਆ ਸ਼ਾਮ ਨੂੰ ਤਾਂ ਇੱਧਰ ਸਪੀਕਰ ਦੇ ਵਿੱਚ ਪਾਠ ਹੋ ਰਿਹਾ ਸੀਗਾ, ਉੱਧਰ ਗੁਪਤ ਤੌਰ 'ਤੇ ਜਿਹੜੇ ਭਾਈ ਜੀ ਹੈਗੇ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਸੀਗੇ। ਇੱਧਰ ਵੱਖਰੀ ਅਰਦਾਸ ਹੋਈ, ਉੱਧਰਲੇ ਭਾਈ ਜੀ ਵੀ ਹੱਥ ਜੋੜ ਕੇ ਖਲੋ ਗਏ। ਜਦੋਂ ਇੱਧਰ ਸਮਾਪਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕੀਤਾ ਗਿਆ ਤਾਂ ਉੱਧਰਲੇ ਭਾਈ ਜੀ ਨੇ ਵੀ ਜਿਹੜਾ ਹੈਗਾ ਗੁਰੂ ਪਾਤਸ਼ਾਹ ਦਾ ਜਿਹੜਾ ਸਰੂਪ ਆ ਉਹ ਸੁਖਾਸਨ ਕਰਤਾ। ਇੱਧਰ ਸੰਗਤ ਪ੍ਰਸ਼ਾਦ ਅੱਡ ਲੈਂਦੀ ਆ, ਉੱਧਰਲੀ ਅੱਡ ਲੈਂਦੀ ਆ। ਤਾਂ ਕਿਉਂ ਜਿਹੜਾ ਹੈਗਾ ਗੁਰੂ ਦਰਬਾਰ ਦੇ ਵਿੱਚ ਗੁਰਮਰਿਆਦਾ ਦਾ ਘਾਣ ਜਿਹੜਾ ਹੋ ਰਿਹਾ, ਅਸੀਂ ਪ੍ਰਬੰਧਕਾਂ ਦੇ ਨਾਲ ਜਿਹੜੀ ਹਾਜ਼ਰ ਮੌਕੇ 'ਤੇ ਸੰਗਤ ਦੇ ਨਾਲ ਜਿਹੜੀ ਹੈਗੀ ਆ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਜੀ ਵੀ ਮੌਜੂਦ ਹੈਗੇ, ਉਹਨਾਂ ਨਾਲ ਵੀ ਜਿਹੜੀ ਹੈਗੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਬਾਰੇ ਕੀ ਸੋਚਦੇ ਨੇ। ਤਾਂ ਸੰਗਤ ਵੀ ਮੌਜੂਦ ਹੈ। ਹਾਲਾਂਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਛਾਪਿਆ ਹੋਇਆ ਲਿਟਰੇਚਰ ਜਿਹੜਾ ਖੂਨ ਸ਼ਹੀਦਾਂ ਦਾ ਉਹ ਰੱਖਿਆ ਹੋਇਆ, ਔਰ ਹੋਣਾ ਵੀ ਚਾਹੀਦਾ ਹੈ ਸਾਰੇ ਪਿੰਡਾਂ ਦੇ ਵਿੱਚ, ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਪ੍ਰਚਾਰ ਦੀ ਜਿਹੜੀ ਹੈਗੀ ਆ ਬਹੁਤ ਕਮੀ ਜਿਹੜੀ ਆ ਉਹ ਅਸੀਂ ਮਹਿਸੂਸ ਕਰਦੇ ਹਾਂ। ਬਾਰਡਰ ਇਲਾਕਾ ਆ, ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਸਹਾਏ, ਇਹਨਾਂ ਇਲਾਕਿਆਂ ਦੇ ਵਿੱਚ ਸਿੱਖੀ ਪ੍ਰਚਾਰ ਦੀ ਕਮੀ ਜਿਹੜੀ ਆ ਉਹ ਲਗਾਤਾਰ ਮਹਿਸੂਸ ਕੀਤੀ ਜਾਂਦੀ ਹੈ। ਪਰ ਪ੍ਰਚਾਰ ਨਾ ਹੋਣਾ ਜਾਂ ਹੋਣਾ ਉਹ ਇੱਕ ਵੱਖ ਗੱਲ ਆ, ਪਰ ਗੁਰਮਰਿਆਦਾ ਦਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਮੈਨੂੰ ਜਾਪਦਾ ਵੀ ਸਿੱਧੀ ਉਲੰਘਣਾ ਜਿਹੜੀ ਹੈਗੀ ਆ ਉਹ ਹੋਣੀ ਉਹ ਵੱਖਰੀ ਗੱਲ। ਅਸੀਂ ਭਾਈ ਜੀ ਨਾਲ ਗੱਲਬਾਤ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਭਾਈ ਸਾਹਿਬ ਤੁਹਾਡਾ ਜੀ? ਮੰਗਲ ਸਿੰਘ ਜੀ। ਮੰਗਲ ਸਿੰਘ ਜੀ, ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇੱਥੇ ਸੇਵਾ ਨਿਭਾ ਰਹੇ ਹੋ? ਮੈਨੂੰ ਜੀ 22 ਸਾਲ ਹੋ ਗਏ ਜੀ 22 ਸਾਲ ਹੋ ਗਏ ਤਾਂ ਜੀ। ਤਾਂ ਜਿਹੜਾ ਹੈਗਾ ਜਿਹੜਾ ਇਹ ਗੁਰੂ ਪਾਤਸ਼ਾਹ ਦੇ ਦੋ ਸਰੂਪ ਕਦੋਂ ਤੋਂ ਇੱਥੇ ਪ੍ਰਕਾਸ਼ ਨੇ? ਇਹ ਮੇਰੇ ਤੋਂ ਪਹਿਲਾਂ ਦੇ ਨਹੀਂ। ਠੀਕ ਹੈ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਉਦੋਂ ਤੋਂ ਹੀ ਨਹੀਂ। ਠੀਕ ਹੈ ਜੀ। ਹਾਂਜੀ। ਤਾਂ ਦੋ ਸਰੂਪ ਵੱਖਰੇ ਵੱਖਰੇ ਪ੍ਰਕਾਸ਼ ਕਰਨ ਦੇ ਕੀ ਮਾਇਨੇ, ਮਤਲਬ ਕੀ ਇਸ ਚੀਜ਼ ਦਾ? ਇਹ ਜੀ ਸ਼ੁਰੂ ਤੁਸੀਂ ਮੈਨੂੰ ਤਾਂ ਗੱਦੀ ਤੇ ਬਿਠਾਇਆ 22 ਸਾਲ ਹੋ ਗਏ। ਗੱਦੀ ਕਦੀ ਸੇਵਾ ਕਰੀ ਜਾਂਦੇ, ਮਹਾਰਾਜ ਦੀ ਸੇਵਾ ਸੌਂਪੀ ਹੈ। ਹਾਂਜੀ। ਸੇਵਾ ਪਾਠੀ ਹੋ ਜਾਂ ਕਿਸੇ ਗੱਦੀ ਤੇ ਬੈਠੇ? ਨਹੀਂ, ਗ੍ਰੰਥੀ ਸਾਹਿਬ ਕਹਿੰਦੀ ਝਾੜੂ ਬਰਦਾਰ ਹਾਂ ਜੀ। ਅੱਛਾ ਜੀ। ਸੇਵਾ ਕਰੀ ਜਾਂਦੇ ਆ ਜਿਵੇਂ ਸੰਗਤਾਂ ਦਾ ਚੱਲ ਰਿਹਾ ਹੈ ਜੀ। ਹਾਂਜੀ। ਹਾਂ, ਤਾਂ ਮਤਲਬ ਤੁਸੀਂ ਅੰਮ੍ਰਿਤ ਛਕਿਆ ਹੋਣਾ? ਹਾਂਜੀ ਜੀ। ਤਾਂ ਅੰਮ੍ਰਿਤਧਾਰੀ ਸਿੰਘ ਸਾਨੂੰ ਪਤਾ ਵੀ ਇੱਕ ਜਗ੍ਹਾ ਤੇ ਗੁਰੂ ਪਾਤਸ਼ਾਹ ਦਾ ਇੱਕ ਹੀ ਸਰੂਪ ਜਿਹੜਾ ਪ੍ਰਕਾਸ਼ ਹੁੰਦਾ। ਹਾਂ, ਜੇ ਕਿਤੇ ਜਿੱਦਾਂ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਹੋਵੇ, ਕਈ ਥਾਵਾਂ 'ਤੇ ਇਤਿਹਾਸਕ ਸਥਾਨਾਂ 'ਤੇ ਚੱਲਦੀ ਹੈ, ਉਹ ਵੀ ਕੈਬਨ ਬਣਾ ਕੇ ਕੀਤੇ ਜਾ ਸਕਦੇ ਨੇ। ਪਰ ਜਿੱਦਾਂ ਦੋ ਵੱਖਰੀਆਂ ਅਰਦਾਸਾਂ ਹੋਣੀਆਂ, ਦੋ ਜਗ੍ਹਾ 'ਤੇ ਪ੍ਰਸ਼ਾਦ ਵੰਡਿਆ ਜਾਣਾ, ਇਹ ਤੁਹਾਨੂੰ ਕਿਵੇਂ ਲੱਗਦਾ ਵੀ ਇਹਦਾ ਕੀ ਮਤਲਬ? ਅਰਦਾਸ ਤਾਂ ਜੀ ਇੱਕ ਹੀ ਹੁੰਦੀ, ਇੱਕ ਤਾਂ ਗੁਪਤੀ ਹੁੰਦੀ ਹੈ, ਕਿਉਂਕਿ ਦੋ ਗ੍ਰੰਥੀ ਨਿਤਨੇਮ ਤਾਂ ਫਿਰ ਦੋਨਾਂ ਨੇ ਕਰਨਾ ਹੀ ਕਰਨਾ ਜੀ। ਤੇ ਕਿਉਂ ਨਹੀਂ ਇੱਕ ਜਗ੍ਹਾ 'ਤੇ ਕਰ ਲਿਆ ਜਾਂਦਾ? ਇੱਕ ਜਗ੍ਹਾ ਤੇ ਆਪਸ ਵਿੱਚ ਸਹਿਮਤੀ ਹੋ ਤਾਂ ਹੋ ਸਕਦਾ, ਪਰ ਸਹਿਮਤੀ ਨਹੀਂ ਹੈ। ਕਿਸ ਗੱਲ ਦੀ ਨਹੀਂ ਸਹਿਮਤੀ ਹੈਗੀ? ਕਿਉਂਕਿ ਇੱਕ ਤਾਂ ਜਗ੍ਹਾ ਤੇ ਹੋ ਜਾਣਾ ਸੀ। ਮੈਨੂੰ ਹੋ ਗਏ 22 ਸਾਲ ਜੀ। ਪਹਿਲਾਂ ਮੇਰਾ ਦਾਦਾ ਸੀਗਾ ਪਾਕਿਸਤਾਨ ਵਿੱਚ, ਉਸ ਤੋਂ ਬਾਅਦ ਮੇਰਾ ਪਿਤਾ ਜੀ ਸੀ, ਹੁਣ ਮੈਂ ਸੀ ਜੀ। ਇਹਨਾਂ ਨੂੰ ਹੋਏ 6 ਸਾਲ ਆਏ ਨੂੰ। ਜਦੋਂ ਆਏ ਸੀ ਉਦੋਂ ਜਾਂ ਤਾਂ ਕਹਿ ਦਿੰਦੇ ਵੀ ਮੈਨੂੰ ਦੋ ਮਰਿਆਦਾ ਨਹੀਂ ਸਹੀ ਲੱਗਦੀਆਂ ਤੇ ਤੁਸੀਂ ਇੱਕ ਹੀ ਕਰ ਦਿਓ। ਅੱਛਾ ਜੀ। ਉਦੋਂ ਲੜਾਈ ਨਾਲੇ ਬੈਠਾ ਇੱਥੇ। ਨਹੀਂ, ਪਹਿਲਾਂ ਇਹਨਾਂ ਤੋਂ ਪਹਿਲਾਂ ਕੌਣ ਸੀ? ਇਹਨਾਂ ਤੋਂ ਪਹਿਲਾਂ ਇਹਨਾਂ ਦੇ ਤਾਇਆ ਜੀ ਸੀਗੇ। ਉੱਧਰ ਵੀ ਦੋ ਪ੍ਰਕਾਸ਼ ਸੀ, ਇੱਧਰ ਵੀ ਦੋ ਪ੍ਰਕਾਸ਼ ਸੀ? ਹਾਂਜੀ, ਉਹਨਾਂ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਇਹ ਬੈਠੇ ਨੇ। ਅੱਛਾ। ਜਾਂ ਤਾਂ ਇਹ ਮਰਿਆਦਾ ਤਾਂ ਉਦੋਂ ਹੀ ਕਹਿ ਦਿੰਦਾ ਸੀ ਵੀ ਮਰਿਆਦਾ ਨਹੀਂ ਸਹੀ ਹੈਗੀ, ਵੀ ਉਦੋਂ ਲੜਾਈ ਝਗੜੇ ਨਾਲ ਇਹਨੇ ਬੈਠਾ ਸੇਵਾ ਤੇ। ਇਹਨੂੰ ਕੋਈ ਪਿੰਡ ਨੇ ਸਾਰੇ ਨੇ ਸਹਿਮਤੀ ਨਾਲ ਨਹੀਂ ਬਿਠਾਇਆ ਸੀ। ਉਦੋਂ ਹੀ ਕਹਿ ਦਿੰਦਾ ਵੀ ਮਰਿਆਦਾ ਨਹੀਂ। ਉਸ ਤੋਂ ਬਾਅਦ ਸਾਲ ਇਸ ਤੋਂ ਬਾਅਦ ਇਹ ਗੁਰਚਰਨ ਸਿੰਘ ਜੀ ਆਏ ਸੀ ਅੱਗੇ, ਇਹਨਾਂ ਨੇ ਵਿਰੋਧ ਕੀਤਾ ਸੀ ਵੀ ਅਸੀਂ ਇੱਕ ਨਹੀਂ ਕਰਨਾ। ਪਿੰਡ ਦੇ ਕੋਲੋਂ ਪੁੱਛ ਲਓ, ਇਹਨਾਂ ਦੇ ਬੰਦੇ ਨਿਰਮਲ ਸਿੰਘ ਹੈਗਾ, ਪਾਲਾ ਸਿੰਘ, ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੇ ਵਿਰੋਧ ਉਦੋਂ ਕੀਤਾ ਸੀ ਵੀ ਵਾਧੂ ਸਾਡਾ ਵਧੀਆ ਕੰਮ ਹੈ। ਉਸ ਤੋਂ ਬਾਅਦ ਕੋਈ ਆਪ ਦੀਆਂ ਕਮੀਆਂ ਹੁੰਦੀਆਂ ਵੀ ਜੋ ਸੰਗਤ ਛੱਡ ਜਾਂਦੀ ਹੈ, ਉਹਦੇ ਨਾਲ ਛੱਡ ਕੇ ਮੇਰੇ ਨਾਲ ਜੁੜ ਗਈ ਸੰਗਤ। ਹੁਣ ਉਹਨਾਂ ਨੇ ਵਿਰੋਧ ਹੋ ਗਿਆ ਵੀ ਇੱਕ ਹੋਵੇ, ਕਿਉਂਕਿ ਇਨਕਮ ਦਾ ਸਾਰਾ ਹੈ ਜੀ। ਅੱਛਾ, ਮਤਲਬ ਤੁਸੀਂ ਇਨਕਮ ਦਾ ਸਾਧਨ ਮੰਨਦੇ ਹੋ ਵੀ ਇੱਕ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਕਾਸ਼ ਕੀਤਾ, ਇੱਕ ਉਹਨਾਂ ਨੇ ਕੀਤਾ? ਮਾਨਵੇ ਸਾਡਾ ਹੈਗਾ ਇਨਕਮ ਪਿੱਛੇ। ਇਹ ਸਾਡੀ ਮਰਿਆਦਾ ਦਾ ਅਸੀਂ ਕਹਿ ਰਹੇ ਹਾਂ, ਮਰਿਆਦਾ ਤੇ ਅਸੀਂ ਚੱਲ ਨਹੀਂ ਰਹੇ। ਤੁਸੀਂ ਵੀ ਨਹੀਂ ਚੱਲ ਰਹੇ, ਉਹ ਵੀ ਨਹੀਂ ਚੱਲ ਰਹੇ। ਮਰਿਆਦਾ ਹੁੰਦੀ ਤਾਂ ਅਸੀਂ ਉਦੋਂ ਹੀ ਕਹਿ ਦਿੰਦੇ ਵੀ ਚੱਲ ਇੱਕ ਪਾਠੀ ਹੈਗਾ ਜੀ, ਮੈਂ ਨਹੀਂ ਬੈਠਦਾ, ਤੁਸੀਂ ਇੱਕੋ ਕਰ ਦਿਓ। ਇਸ ਗੱਲ ਨੂੰ ਮੰਨਦੇ ਹੋ ਵੀ ਉਹ ਵੀ ਨਹੀਂ ਮਰਿਆਦਾ ਤੇ ਚੱਲ ਰਹੇ, ਤੁਸੀਂ ਵੀ ਨਹੀਂ ਚੱਲ ਰਹੇ? ਫਿਰ ਮਰਿਆਦਾ ਉਸ ਹਿਸਾਬ ਨਾਲ ਤਾਂ ਹੈ ਹੀ ਨਹੀਂ।
ਜਦੋਂ ਸਾਡੇ ਮਨ ਵਿੱਚ ਲਾਲਚ ਆਇਆ ਵੀ ਉਹਦਾ ਕੰਮ ਜ਼ਿਆਦਾ ਜੀ ਮੈਂ ਇਸ ਤਰ੍ਹਾਂ ਕਰਾਂ। ਪਹਿਲਾਂ 6 ਸਾਲ ਹੋ ਗਏ, ਪਹਿਲਾਂ 2 ਸਾਲ ਇਹਨਾਂ ਨੂੰ ਯਾਦ ਨਹੀਂ ਆਇਆ ਵੀ ਅਸੀਂ ਇੱਕ ਕਰ ਦਈਏ। ਉਦੋਂ ਇਹਨਾਂ ਨੇ ਵਿਰੋਧ ਕੀਤਾ ਸੀ ਵੀ ਇੱਕ ਨਹੀਂ ਹੋਣਾ ਚਾਹੀਦਾ। ਗੁਰਚਰਨ ਸਿੰਘ ਜੀ ਆਏ ਸੀ, ਪਿੰਡ ਨੂੰ ਪੁੱਛ ਲਓ, ਪੁਲਿਸ ਵੀ ਲੱਗੀ ਸੀ। ਉਦੋਂ ਇਹਨਾਂ ਕਿਹਾ ਨਹੀਂ ਇੱਕ ਹੋਣਾ ਚਾਹੀਦਾ। ਉਦੋਂ ਸਾਡਾ ਕੁਛ ਆਪਸ ਵਿੱਚ ਮਿਲ ਵਰਤਨ ਸੀ ਦੋਨਾਂ ਗ੍ਰੰਥੀਆਂ ਦਾ, ਹੋ ਸਕਦਾ ਉਦੋਂ ਇੱਕ ਹੋ ਵੀ ਸਕਦਾ ਸੀ। ਬਾਅਦ ਵਿੱਚ ਇਹਨਾਂ ਨੇ ਮੇਰੇ ਤੇ ਕਿਉਂਕਿ ਪਿੰਡ ਦਾ ਕੰਮ ਪਿੰਡ ਹੀ ਕਰ ਸਕਦਾ ਹੈ, ਉਦੋਂ ਕਹਿ ਦਿੰਦੇ ਸੰਗਤ ਨੂੰ ਸੱਦ ਕੇ ਵੀ ਅਸੀਂ ਇੱਕ ਕਰਨਾ ਹੈ। ਇਹਨਾਂ ਨੇ ਸਿੱਧੀ ਚੱਕ ਕੇ ਮੇਰੇ ਤੇ ਦਰਖਾਸਤ ਲਾਤੀ, ਪਿੰਡ ਦੇ ਦੱਸਿਆ ਨਹੀਂ। ਇਹ ਜੀ ਇੱਥੇ ਹਿੰਦੂ ਮਤ ਦੀ ਗੱਲ ਕਰਦਾ ਜੀ, ਇਹ ਰਾਮ ਦਾ ਨਾਮ ਲੈਂਦਾ ਜੀ, ਕ੍ਰਿਸ਼ਨ ਦਾ ਨਾਮ ਲੈਂਦਾ ਜੀ। ਜੇ ਕਥਾ ਦੇ ਵਿੱਚ ਰਾਮ ਜਾਂ ਕ੍ਰਿਸ਼ਨ ਦਾ ਨਾਮ ਆ ਗਿਆ ਕੋਈ ਪਾਪ ਤਾਂ ਨਹੀਂਗਾ। ਕੀ ਤੁਸੀਂ ਗੁਰਮਰਿਆਦਾ ਦਾ ਪ੍ਰਚਾਰ ਕਰਦੇ ਹੋ ਜਾਂ ਕੋਈ ਹੋਰ ਵੀ ਕਰਦੇ? ਪ੍ਰਚਾਰ ਕਰਦੇ ਆ, ਉਹਦੇ ਵਿੱਚ ਜਿਵੇਂ ਰਾਮ ਦਾ ਨਾਮ ਜਾਂ ਕ੍ਰਿਸ਼ਨ ਦਾ ਨਾਮ ਆ ਜਾਂਦਾ ਕੋਈ ਮਾੜਾ ਨਹੀਂ। ਅੱਛਾ, ਸ਼ਬਦਾਂ ਦੇ ਵਿੱਚ ਉਹਨਾਂ ਦਾ ਆ ਜਾਣਾ, ਜ਼ਿਕਰ ਆ ਜਾਣਾ। ਹਾਂਜੀ, ਇਹ ਕਹਿੰਦੇ ਵੀ ਰਾਮ ਦਾ ਨਾਮ ਤਾਂ ਲੈਣਾ ਹੀ ਨਹੀਂ ਇੱਥੇ ਗੁਰਦੁਆਰੇ। ਇਹਨਾਂ ਸਿੱਧੀ ਮੇਰੇ ਦਰਖਾਸਤ ਲੱਗ ਗਈ। ਇਹਨਾਂ ਨੇ 14 ਦਰਖਾਸਤਾਂ ਲਾਈਆਂ, ਹੁਣ ਤੁਸੀਂ ਸ਼੍ਰੋਮਣੀ ਕਮੇਟੀ 'ਚੋਂ ਪਤਾ ਕਰ ਸਕਦੇ ਜੀ। ਫਿਰ ਇਹਨਾਂ ਨੇ ਹੁਣ ਪਿਛਲੀ ਜਿਹੜੀ ਤੁਸੀਂ ਵੀਡੀਓ ਪਾਈ ਉਹਦੇ ਵਿੱਚ ਇਹਨਾਂ ਨੇ ਇਹ ਤਾਂ ਚਿੱਠੀ ਪੜ੍ਹਤੀ ਵੀ ਜਿਹੜੀ ਅਸੀਂ ਦਰਖਾਸਤ ਲਾਈਏ। ਇਹਨਾਂ ਨੇ ਹੁਕਮਨਾਮਾ ਉਹ ਨਹੀਂ ਚਿੱਠੀ ਇਹਨਾਂ ਨੇ ਪੜ੍ਹਾਈ ਜਿਹੜੀ ਉਹ ਤੋਂ ਸਾਨੂੰ ਅਸੀਂ ਸਹਿਮਤੀ ਮਈ ਮਹੀਨੇ ਦੀ ਦੇ ਚੁੱਕੇ ਹਾਂ ਇੱਕ ਪ੍ਰਕਾਸ਼ ਦੀ, ਇਹਨਾਂ ਨੇ ਨਹੀਂ ਦਿੱਤੀ। ਪੁੱਛ ਲਓ ਅਗਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਕੋਲ ਵੀ ਸਹਿਮਤੀ ਕੀ ਦਿੱਤੀ ਹੈ ਕਿ ਅਸੀਂ ਇੱਕ ਪ੍ਰਕਾਰ ਦੀ ਸਹਿਮਤੀ ਦੇ ਚੁੱਕੇ ਹਾਂ ਮਈ ਤੋਂ, ਪਰ ਇਹਨਾਂ ਨੇ ਅਜੇ ਤੱਕ ਸਹਿਮਤੀ ਨਹੀਂ ਦਿੱਤੀ। ਅੱਛਾ, ਤਾਂ ਬਿਲਕੁਲ ਅੱਛਾ ਸਹਿਮਤੀ ਨਹੀਂ ਸੀ। ਉਹਨਾਂ ਕੋਲ ਵੀ ਜਾਵਾਂਗੇ ਤੇ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਕਿ ਤੁਹਾਨੂੰ ਲੱਗਦਾ ਵੀ ਇੱਕ ਪ੍ਰਕਾਸ਼ ਹੋਣਾ ਚਾਹੀਦਾ, ਜਿੱਦਾਂ ਤੁਸੀਂ ਕਿਹਾ ਵੀ ਕੁਝ ਸੰਗਤ ਉਹਦੇ ਨਾਲ ਜੁੜ ਗਈ, ਮੇਰੇ ਨਾਲ ਜੁੜ ਗਈ, ਕਿ ਤੁਹਾਡੇ ਵਾਸਤੇ ਇਹ ਤੁਹਾਡਾ ਦੋ ਤਰ੍ਹਾਂ ਦਾ, ਤੁਹਾਡਾ ਨਾਮ ਮੰਗਲ ਸਿੰਘ, ਉਹਨਾਂ ਦਾ ਨਾਮ ਕੀ ਹੈ? ਕਸ਼ਮੀਰ ਸਿੰਘ। ਕਸ਼ਮੀਰ ਸਿੰਘ ਤੇ ਮੰਗਲ ਸਿੰਘ ਦੋ ਭਾਈ ਸਿੰਘ ਆ, ਗ੍ਰੰਥੀ ਸਿੰਘ ਆ, ਪਾਠੀ ਸਿੰਘ ਆ, ਹਨਾ। ਤੁਹਾਡਾ ਆਪਸੀ ਵਿਵਾਦ ਹੈਗਾ, ਇੰਝ ਤੁਸੀਂ ਮਰਿਆਦਾ ਦਾ ਘਾਣ ਕਿਉਂ ਕਰ ਰਹੇ ਹੋ? ਤੁਸੀਂ ਕਹਿੰਦੇ ਮੈਂ ਵੱਖਰਾ ਪ੍ਰਕਾਸ਼ ਕਰਦਾ, ਉਹ ਵੱਖਰਾ ਕਰਦਾ, ਅੱਧੇ ਬੰਦੇ ਮੇਰੇ ਨਾਲ ਜੁੜੇ, ਉਹਦੇ ਨਾਲ ਜੁੜੇ। ਇਹ ਤਾਂ ਜੀ ਸੰਗਤ ਦਾ ਹੈ, ਸੰਗਤ ਕੁਛ ਵੀ ਕਰ, ਸਾਨੂੰ ਤਾਂ ਕਹਿਣਗੇ ਇਕੱਠਾ ਕਰ ਲਓ, ਅਸੀਂ ਇਕੱਠੇ ਬਹਿ ਜਾਾਂਗੇ, ਸਾਡਾ ਕੋਈ ਇਤਰਾਜ਼ ਨਹੀਂ। ਸੰਗਤ ਪਿੰਡ ਦੀ ਜਿਵੇਂ ਕਰੇਗੀ ਅਸੀਂ ਉਵੇਂ, ਜੇ ਮੈਨੂੰ ਕਹਿਣ ਉਹ ਇਕੱਲਾ ਸੇਵਾ ਕਰੇ ਤੂੰ ਘਰੇ ਚਲਾ ਜਾ, ਮੈਂ ਘਰੇ ਚਲਾ ਜਾਵਾਂਗਾ। ਜੇ ਸੰਗਤ ਕਵੇ ਇਹ ਇਕੱਲਾ ਕਰੇ ਤਾਂ ਉਹ ਮੰਨ ਲਵੇ, ਜੇ ਕਹਿਣ ਇੱਕੋ ਕਰ ਲਓ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤਾਂ ਸੰਗਤ ਨਾਲ ਚੱਲਣਾ ਜੀ। ਅੱਛਾ, ਜਿੱਦਾਂ 6 ਸਾਲ ਪਹਿਲਾਂ ਇਹ ਨਹੀਂ ਸੀਗੇ, ਉਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਬਣਿਆ ਸੀ ਵੀ ਇੱਕ ਕਰ ਲਿਆ ਜਾ? ਕਿਉਂਕਿ 6 ਸਾਲ ਤੋਂ ਪਹਿਲਾਂ ਤਾਂ ਤੁਹਾਡਾ ਵਿਵਾਦ ਹੋਇਆ। ਪਹਿਲਾਂ ਕਦੇ ਵੀ ਨਹੀਂ ਹੋਇਆ, 4 ਸਾਲ ਤੋਂ ਹੋਣ ਲੱਗੇ ਜਦੋਂ ਤੋਂ ਇਹ ਆਏ ਨੇ, ਉਦੋਂ ਤੋਂ ਇਹ ਦਰਖਾਸ਼ਾਂ ਨਾ ਲੱਗਣ। ਪਿੰਡ ਵਾਲਿਆਂ ਨੂੰ ਇਹ ਗੁੱਸਾ ਵੀ ਪਹਿਲਾਂ ਪਿੰਡ ਦੀ ਪੰਚਾਇਤ ਨੂੰ ਤਾਂ ਗੱਲ ਕਰਦਾ, ਸਿੱਧੀਆਂ ਦਰਖਾਸ਼ਾਂ ਨਹੀਂ ਲਾਣੀਆਂ ਸੀ। ਪਿੰਡ ਵਿੱਚ ਇਹਨੇ ਕੋਈ ਪੰਚਾਇਤ ਨੂੰ ਗੱਲ ਨਹੀਂ ਕੀਤੀ, ਕੋਈ ਕਿਸੇ ਤਰ੍ਹਾਂ ਦੀ। ਉਹਨਾਂ ਦੇ ਹੱਕ 'ਚ ਸੰਗਤ ਨਹੀਂ ਹੈਗੀ ਪਿੰਡ ਦੀ, ਇਹ ਤਾਂ ਉਹਨਾਂ ਨੂੰ ਪਤਾ ਜੀ। ਦੇਸਰ ਇਹ ਕੱਲ ਵੀ ਇੰਟਰਵਿਊ ਹੋਈ ਹੈ, ਕੱਲ ਵੀ ਉਹਨਾਂ ਦੇ ਹੱਕ 'ਚ ਵੀ ਸੰਗਤ ਹੈਗੀ ਹੈ। ਸੰਗਤ ਤਾਂ ਕੁਛ ਹੈਗੀ ਹੈ ਪਰ ਉਨੀ ਨਹੀਂ ਗੀ। ਉਨੀ ਕਿੰਨੀ ਕੁ ਮਤਲਬ ਕੁਛ ਚੰਦ ਬੰਦੇ ਹੈਗੇ ਜਿਹੜੇ ਸਿਆਸੀ ਪਾਰਟੀਆਂ ਦੇ ਧਿਰਾਂ ਹੁੰਦੀਆਂ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਪਾਰਟੀਆਂ ਦੀ ਧਿਰਾਂ ਬਣਾਈਆਂ ਹੋਈਆਂ? ਨਹੀਂ, ਧਿਰਾਂ ਨਹੀਂ ਹੈਗੀਆਂ ਜੀ। ਇਹ ਹਰ ਆਪ ਦੇ ਅਸੂਲਾਂ ਤੇ ਸੰਗਤ ਜੁੜਦੀ ਹੈ ਜੀ। ਕੁਛ ਅਸੂਲ ਹੋਣੇ ਚਾਹੀਦੇ ਆ, ਅਸੂਲਾਂ ਤੇ ਸੰਗਤ ਜੁੜਦੀ। ਜੀ ਅਸੀਂ ਕਿਸੇ ਨੂੰ ਕੋੜਾ ਬੋਲਾਂਗੇ, ਬੱਚੇ ਨੂੰ ਕੋੜਾ ਬੋਲਾਂਗੇ ਗੁਰੂ ਘਰ ਆ ਕੇ, ਤੇ ਫਿਰ ਸੰਗਤ ਟੁੱਟੇਗੀ ਜੀ। ਉਹਦੇ ਵਿੱਚ ਹੁਣ ਸੰਗਤ ਦਾ ਇਹ ਤਾਂ ਸੰਗਤ ਦੇ ਵਿਚਾਰ ਲੈ ਜਾਣੇ ਚਾਹੀਦੇ ਵੀ ਤੁਸੀਂ ਇੱਕ ਕਰਨਾ ਚਾਹੁੰਦੇ ਜੋ, ਕਿਹੜੇ ਗ੍ਰੰਥੀ ਨੂੰ ਚਾਹੁੰਦੇ ਜੋ, ਕੀ ਹੈ ਕਿਸੇ ਦੀ ਕਮੀ, ਉਹ ਤਾਂ ਸੰਗਤ ਕਰ ਸਕਦੀ ਫੈਸਲਾ, ਅਸੀਂ ਨਹੀਂ ਕਹਿ ਸਕਦੇ ਜੀ। ਜੇ ਸੰਗਤ ਸਾਨੂੰ ਕਹਿਣਗੇ ਇੱਕ ਕਰ ਲਓ, ਅਸੀਂ ਇੱਕ ਕਰ ਲਾਂਗੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਇੱਥੇ ਅਕਾਲ ਤਖਤ ਸਾਹਿਬ ਤੇ ਵੀ ਮਾਮਲਾ ਪਹੁੰਚਿਆ ਹੋਇਆ? ਹਾਂਜੀ, ਅਕਾਲ ਤਖਤ ਸਾਹਿਬ ਤੇ ਮਾਮਲਾ ਪਹੁੰਚਿਆ। ਪਹਿਲਾਂ 5 ਪਿਆਰਿਆਂ ਦੀ ਗੋਕ ਕਮੇਟੀ ਵਿੱਚ ਵੀ ਅਸੀਂ ਗਏ ਹਾਂ, ਉਸ ਤੋਂ ਬਾਅਦ ਵੀ ਇੱਥੇ ਪ੍ਰਚਾਰ ਵੀ ਹੋਇਆ ਕਮੇਨਾ, ਉਸ ਤੋਂ ਬਾਅਦ ਮੈਨੂੰ ਸਨਮਾਨ ਚਿੰਨ੍ਹ ਵੀ ਦੇ ਗਏ। ਕਿਸ ਗੱਲ ਦਾ? ਉਹ ਦੇ ਗਏ ਵੀ ਤੁਸੀਂ ਵਧੀਆ ਸੇਵਾ ਮਰਿਆਦਾ ਰਹਿਤ ਕਰ ਰਹੇ ਹੋ। ਤੁਸੀਂ ਨੇ 3 ਮਹੀਨੇ ਹੋ ਗਏ ਸਾਨੂੰ ਮਈ ਤੋਂ ਸਹਿਮਤੀ ਪੱਤਰ ਦੇ ਦਿੱਤਾ, ਪਰ ਉਹਨਾਂ ਨੇ ਨਹੀਂ ਦਿੱਤਾ। ਤੁਸੀਂ ਇੱਥੇ ਸਹਿਮਤੀ ਪੱਤਰ ਦਿੱਤਾ ਵੀ ਪ੍ਰਕਾਸ਼ਕ ਹੋਣ ਨੂੰ ਅਸੀਂ ਤਿਆਰ ਹਾਂ। ਤੁਸੀਂ ਕੋਈ ਇੱਥੇ ਟੂਣੇ ਟੱਪਣੇ ਜਾਂ ਕੁਝ ਹੋਰ ਵੀ ਕੰਮ ਕਰਦੇ? ਨਾ ਜੀ। ਬੜੀਆਂ ਮਸਾਣੀਆਂ ਤੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਹੋ ਤੁਸੀਂ? ਨਾ। ਤੁਹਾਡੇ ਤੇ ਕਿਹਾ ਗਿਆ ਹੈ, ਪਿੰਡ ਦੇ ਕੁਝ ਲੋਕ ਕਹਿੰਦੇ ਲੈ ਕੇ ਜਾਂਦੇ। ਉਹ ਇਹਨੇ ਹੀ ਲਾਈਆਂ ਮੇਰੇ ਦਰਖਾਸ਼ਾਂ, ਕਿਤੇ ਕੋਈ ਟੂਣੇ ਟੱਪਣੇ ਨਹੀਂ। ਅਰਦਾਸ ਕਰਨਾ, ਲੋਕਾਂ ਦੇ 50 ਘਰ ਵਿੱਚ ਬੱਚੇ ਹੋਏ ਨੇ, ਮੈਂ ਉਹਨਾਂ ਕੋਲ ਇੱਕ ਪੰਜੀ ਨਹੀਂ ਲਈ। ਅਰਦਾਸ ਕਰਨਾ, ਅਰਦਾਸ ਮਾਲਕ ਮੰਨਦਾ। ਮਾਰੇ ਦੇ ਚਰਨਾਂ 'ਚ ਅਰਦਾਸ ਤੇ ਅਰਦਾਸ ਵਾਸਤੇ ਤੇ ਗੁਰੂ ਪਾਕ ਦਾ ਪ੍ਰਕਾਸ਼ ਕਰਦੇ। ਹਾਂਜੀ ਹਾਂਜੀ, ਕੋਈ ਟੂਣਾ ਟੱਪਕਾ ਨਹੀਂ। ਦੂਜਾ ਮੜੀ ਮਸਾਣੀ ਦਾ ਚੌਕੀ ਸਾਡੇ ਵਿਸਾਖੀ ਤੇ ਪਾਠ ਹੁੰਦਾ, ਉੱਥੇ ਕੁਟੀ ਬਣੀ। ਪਹਿਲਾਂ ਇਹਦੀ ਰਿਸ਼ਤੇਦਾਰੀ ਇਹ ਹੀ ਕਰਦਾ ਸੀ, ਉੱਥੇ ਕੁਟੀ ਦੇ ਨਾਲ ਹੀ। ਕਿਸ ਦੀ ਕੁਟੀ ਬਣੀ? ਉੱਪਰ ਕਿਸੇ ਪੀਰ ਦੀ ਬਣੀ, ਉਹਨਾਂ ਦੇ ਵਟਕੇ ਦੀ। ਅਲਖਾਸਲੀ ਚੌਕੀ ਹੈ। ਹਰ ਸਾਲ ਇਹ ਕਰਦਾ ਸੀ, ਮੈਨੂੰ ਉਹ ਨਹੀਂ ਲਿਜਾਂਦੇ ਸੀ। ਪਿਛਲੇ ਸਾਲ 1 ਸਾਲ ਕਰੋਨਾ ਸੀ, ਹੋਇਆ ਨਹੀਂ। ਦੂਸਰੇ ਸਾਲ ਉਹ ਇਹਦੇ ਨਾਲ ਲੜ ਪਏ। ਉਹਨਾਂ ਇਸ ਵਿਸਾਖੀ ਤੇ ਮੈਨੂੰ ਕਹਿਤਾ ਵੀ ਤੁਸੀਂ ਸੁਖਮਨੀ ਸਾਹਿਬ ਕਰਨਾ ਹੈ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੁਟੀ ਦੇ ਨਾਲ ਨਹੀਂ ਕਰਾਂਗਾ, 2 ਕਿੱਲੇ ਦੂਰ ਕਰ ਸਕਣਾ। ਦੂਰ ਕਮਰੇ ਨਵੇਂ ਚੌਕੀ ਦੇ ਬਣੇ ਹਨ ਬੰਨ ਦੇ ਨਾਲ, ਉੱਥੇ ਉਹਨਾਂ ਨੇ ਸਫਾਈ ਕੀਤੀ। ਅਸੀਂ ਕਰਨ ਵਾਸਤੇ ਗਏ, ਇਹਨਾਂ ਨੇ ਪਹਿਲਾਂ ਲਿਖ ਕੇ ਦਿਆ ਵੀ ਸਾਡੇ ਪਿੰਡ ਦੰਗਾ ਹੋ ਜਾਵੇਗਾ, ਤੁਸੀਂ ਇੱਥੇ ਸੁਖਮਨੀ ਸਾਹਿਬ ਨਾ ਕਰਨ ਦਿਓ। ਸਿਰਫ ਇਹ ਕਿ ਇਹ ਕਿਉਂ ਕਰ ਰਿਹਾ। ਅੱਛਾ, ਫਿਰ ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਉਹ ਜਿਹੜਾ ਮੇਲੇ ਲਵਾਉਂਦੇ ਸੀ, ਉਹ ਪਿੰਡ ਹੀ ਉਹਨਾਂ ਦੇ ਨਾਂ 'ਤੇ ਲੱਖਾ ਅਸਲੀ ਉਹਨਾਂ ਦਾ ਹੀ ਵੱਜਿਆ ਸੀ, ਉਹਨਾਂ ਦੀ ਪੈਲੀ ਵਿੱਚ। ਫਿਰ ਦਰਸ਼ਨ ਰਾਮ ਕਾਮਰੇਡ ਜੀ ਹੈਗੇ ਨੇ, ਉਹ ਗਏ, ਉਹਨਾਂ ਨੇ ਸਾਹਿਬ ਨੂੰ ਸਮਝਾਇਆ ਵੀ ਅਸੀਂ 2-2.5 ਕਿੱਲੇ ਦੂਰ ਕਰ ਰਹੇ ਹਾਂ, ਕੁਟੀ ਸਾਹਮਣੇ ਨਿਗਾਹ ਹੀ ਨਹੀਂ ਆਉਂਦੀ। ਉੱਥੇ ਅਸੀਂ ਪਾਠ ਕਰਕੇ ਆਏ। ਫਿਰ ਵੀ ਇਹ ਕਹਿੰਦੇ ਨੇ ਉੱਥੇ ਕਿਉਂਕਿ ਪਹਿਲਾਂ 6 ਸਾਲ ਇਹ ਕਰਦੇ ਰਹਿਣ, ਉਦੋਂ ਕੁਟੀ ਨਹੀਂ ਨਿਗਾਹ ਆਈ।
ਪਹਿਲੇ ਸਾਲ ਮੈਂ ਕੀਤਾ ਤਾਂ ਕੁੱਟੀ ਨਹੀਂ ਗਿਆ ਕਿ ਇਹਨਾਂ ਦਰਖਾਸਤ ਲਾਤੀ ਚੱਕ ਕੇ। ਦਮਦਮਾ ਸਾਹਿਬ ਵੀ ਲਾਈ ਹੈ, ਇਹ ਵੀ ਉਸੇ ਮੜੀ ਤੇ ਉਸੇ ਪੀਰ ਦੀ ਜਗ੍ਹਾ ਤੇ ਕਰਦੇ ਨੇ। ਇਹਦੇ ਪਹਿਲਾਂ ਤਾਇਆ ਜੀ ਕਰਦੇ ਰਹੇ 7-8 ਸਾਲ, ਉਸ ਤੋਂ ਬਾਅਦ 4 ਸਾਲ ਇਹ ਵੀ ਕਰਦਾ ਰਿਹਾ ਜੀ। ਤੁਸੀਂ ਉੱਥੇ ਕਰਨ ਦੇ ਹੱਕ ਚੋਂ ਜਾਂ ਵਿਰੋਧ ਚੋਂ? ਮੈਂ ਤਾਂ ਕੁੱਟੀ ਦੇ ਨਾਲ ਕਰਨ ਦੇ ਵਿਰੋਧ ਵਿੱਚ ਹਾਂ, ਪਰ ਕੁੱਟੀ ਤੋਂ ਕੋਈ 2-3 ਕਿੱਲੇ ਦੂਰ ਕਰਾਉਂਦਾ ਉਹਦੇ ਵਿੱਚ ਤਾਂ ਵਿਰੋਧ ਨਹੀਂ ਹੈ। ਹਾਂਜੀ ਹਾਂਜੀ, ਕਮਰੇ ਵੱਖਰੇ ਬਣੇ ਹੋਏ, ਸ਼ਾਨਦਾਰ ਕਮਰੇ ਬਣੇ। ਤੁਸੀਂ ਚੌਕੀ ਜਾ ਕੇ ਲੱਖਾ ਸਰੀ ਚੌਕੀ ਵੇਖ ਸਕਦੇ ਵੀ ਜਿੱਥੇ ਅਸੀਂ ਪਾਠ ਕੀਤਾ ਹੈ। ਉਹਦੇ ਅਸੀਂ ਨਹੀਂ ਵਿਰੋਧ, ਕਿਉਂਕਿ ਦੂਰ ਤੱਕ ਕਰਾ। ਹੁਣ ਇੱਕ ਘਰ ਦੇ ਨਾਲ ਕਿਸੇ ਦੇ ਕੁੱਟੀ ਬਣੀ, ਦੂਸਰੇ ਘਰੇ ਤਾਂ ਸਾਨੂੰ ਕਰਨਾ ਹੀ ਪੈਣਾ ਜੀ। ਕਿਸੇ ਦੇ ਘਰੇ ਤਾਂ ਹੁਣ ਗੁਰੂ ਘਰ ਆ, ਲਾਂਬੇ ਕੋਈ ਆਪਣੇ ਘਰ 'ਚ ਕੁਛ ਮਰਜ਼ੀ ਕਰ ਦੋ, ਵੱਖਰੀ ਗੱਲ। ਅਸੀਂ ਲਾਧੂ ਕਾ ਨਾਲ ਗੁਰਦੁਆਰਾ ਸਾਹਿਬ ਹੈ, ਮੰਦਿਰ ਵਿੱਚ ਵੀ ਆਰਤੀ ਹੁੰਦੀ, ਗੁਰਦੁਆਰਾ ਸਾਹਿਬ ਵਿੱਚ ਹੁੰਦੀ। ਹੁਣ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ, ਉਹ ਵੱਖਰੀ ਗੱਲ ਆ। ਪਰ ਇਹ ਇੱਕੋ ਛੱਤ ਦੇ ਹੇਠ ਜਾਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼, ਗੁਰੂ ਦੀ ਮਰਿਆਦਾ ਰਹੇਗੀ, ਜਾਂ ਕੋਈ ਹੋਰ ਮਰਿਆਦਾ ਰਹੇਗੀ, ਹੈ ਨਾ। ਤਾਂ ਇੱਥੇ ਤਾਂ ਕੁਝ ਅਜਿਹਾ ਨਹੀਂ ਹੁੰਦਾ। ਹਾਂਜੀ ਹਾਂਜੀ, ਨਹੀਂ ਇੱਥੇ ਤਾਂ ਗੁਰੂ ਮਰਿਆਦਾ ਹੀ ਹੈ। ਇੱਕ ਨਿਤਨੇਮ ਤੁਸੀਂ ਵੇਖ ਲਿਆ, ਇੱਕ ਨਿਤਨੇਮ ਗੁਪਤ ਕਰਦਾ ਜੀ, ਇੱਕ ਸਪੀਕਰ ਕਰਦਾ, ਸ਼ੁਰੂ ਤੋਂ ਹੈਗਾ ਐਵੇਂ। ਦੋ ਅਸੀਂ ਜਿਵੇਂ ਕਹਿੰਦੇ ਨਾ, ਸਪਸ਼ਟ ਗੱਲ ਹੈ ਕਿਉਂਕਿ ਖਬਰ ਆਈ ਜਾਣੀ। ਦੋ ਅਸੀਂ ਇਕੱਠੇ ਰਹਿ ਨਹੀਂ ਸਕਦੇ ਕਿਉਂਕਿ ਸਾਡਾ ਝਗੜਾ ਪਵੇਗਾ। ਦੋ ਪਾਰਟੀ ਸਿੰਘਾਂ ਦਾ ਪਊਗਾ। ਉਹਨਾਂ ਦੇ ਮਨ ਦੇ ਵਿਚਾਰ ਮਿਲਣ ਤਾਂ ਫਿਰ ਇਕੱਠੇ ਰਹਿ ਸਕਦੇ ਹਾਂ, ਪਰ ਮਨ ਦੇ ਵਿਚਾਰ ਸਾਡੇ ਨਹੀਂ ਮਿਲਦੇ ਕਿਉਂਕਿ ਸੰਗਤ ਜੁੜਦੀ ਹੈ ਤਾਂ ਕਿਸੇ ਵਿਚਾਰਾਂ ਨਾਲ ਹੀ ਜੁੜਦੀ। ਉਹ ਤੇ ਮੱਖਣ ਸਿੰਘ ਤੁਹਾਡਾ ਨਾਮ? ਮੇਰਾ ਨਾਮ ਮੰਗਲ ਸਿੰਘ। ਮੰਗਲ ਸਿੰਘ ਤੇ ਕਸ਼ਮੀਰ ਸਿੰਘ ਦੇ ਵਿਚਾਰ ਨਹੀਂ ਰਲਦੇ, ਪਰ ਗੁਰੂ ਪਾਤਸ਼ਾਹ ਦੇ ਦੋ ਸਰੂਪ ਤੁਸੀਂ ਰੱਖ ਕੇ ਸੰਗਤ ਨੂੰ ਵੀ ਵੰਡ ਰਹੇ ਹੋ ਤੁਸੀਂ। ਦਰੋਸੂ ਤਾਂ ਫਿਰ ਸ਼ੁਰੂ ਤੋਂ ਹੀ ਸਾਡੇ ਮੇਰੇ ਤਾਂ ਸੇਵਾ ਸ਼ੁਰੂ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਘਰਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਕੁਝ ਅਜਿਹੀਆਂ ਹੋਈਆਂ, ਕਿਉਂਕਿ 47 ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸੀਗਾ। ਕਿਤੇ ਉਦੋਂ ਬਜ਼ੁਰਗ ਪੜ੍ਹੇ ਲਿਖੇ ਨਹੀਂ ਸੀਗੇ ਕੋਈ। ਹੁਣ ਤੇ ਬੱਚੇ ਨੂੰ ਪਤਾ ਵੀ ਮਰਿਆਦਾ ਕੀ ਹੈ, ਗੁਰਮਰਿਆਦਾ ਕੀ ਹੈ, ਸਾਡੇ ਸਿਧਾਂਤ ਕੀ ਨੇ ਜੀ। ਹੋ ਸਕਦਾ ਸੀ ਜਦੋਂ ਇਹਨਾਂ ਦਾ ਤਾਇਆ ਜੀ ਡੈਥ ਹੋਈ, ਉਸ ਤੋਂ ਬਾਅਦ ਸੰਗਤਾਂ ਦਾ ਵੀ ਕੁਝ ਵਿਚਾਰ ਸੀ ਵੀ ਆਪਾਂ ਇੱਕੋ ਕਰ ਦਿੰਦੇ, ਵੀ ਆਪਾਂ ਇੱਕੋ ਕਰ ਦਈਏ। ਇਹਨਾਂ ਨੇ ਆ ਕੇ ਲੜਾਈ ਨਾਲ ਹੀ ਸੇਵਾ ਲਈ ਹੈ। ਉਹ ਤੇ ਪੁਰਾਣੀ ਮੈਂ ਸਮਝਦਾ ਉਦੋਂ ਹੋਇਆ ਹੋਏਗਾ, ਅਸੀਂ ਸੰਗਤ ਨੂੰ ਵੀ ਮਿਲਾਂਗੇ। ਪਰ ਅੱਜ ਦੀ ਗੱਲ, ਅੱਜ ਬਾਰੇ ਤੁਹਾਨੂੰ ਕੀ ਲੱਗਦਾ? ਅੱਜ ਦੀ ਗੱਲ ਪਿੰਡ ਵਾਲਿਆਂ ਨੂੰ ਇਹ ਗੁੱਸਾ ਹੈ ਵੀ ਪਹਿਲਾਂ ਇਹ ਪਿੰਡ ਦੇ ਵਿੱਚ ਪੰਚਾਇਤ ਨੂੰ ਜਾਂ ਸੰਗਤਾਂ ਨੂੰ ਸੱਦ ਕੇ ਗੱਲ ਕਰਦਾ ਸ਼ਾਇਦ ਹੋ ਸਕਦਾ ਸੀ। ਇਹਨਾਂ ਸਿੱਧੀ ਦਰਖਾਸਤ ਲਾਈ, ਉੱਥੋਂ ਪਿੰਡ ਨਾਰਾਜ਼ ਹੈ ਇਹਨਾਂ ਨਾਲ। ਅਕਾਲ ਤਖਤ ਸਾਹਿਬ ਤੇ ਲਾਈ? ਹਾਂਜੀ। ਫਿਰ ਪਿੰਡ ਵੱਡਾ ਕਿ ਅਕਾਲ ਤਖਤ ਸਾਹਿਬ ਵੱਡਾ? ਤਖਤ ਉਸ ਤਰ੍ਹਾਂ ਤਾਂ ਅਕਾਲ ਤਖਤ ਸਾਹਿਬ ਵੱਡਾ ਹੈ, ਪਰ ਸੇਵਾ ਪਿੰਡ ਸੇਵਾ ਕਰ ਰਿਹਾ, ਪਿੰਡ ਨਿਭਾ ਰਿਹਾ, ਪਿੰਡ ਹੀ ਇੱਥੇ ਸਾਥ ਦੇ ਰਿਹਾ। ਪਿੰਡ ਤੋਂ ਵੀ ਪੁੱਛਣਾ ਫਰਜ਼ ਬਣਦਾ ਗ੍ਰੰਥੀ ਦਾ। ਫਰਜ਼ ਦੇ ਬਣਦਾ। ਮੰਨ ਲਓ ਅਕਾਲ ਤਖਤ ਸਾਹਿਬ ਤੇ ਚਲੇ ਗਈ ਹੈ, ਚਲੋ ਬੇਸ਼ੱਕ ਉਹਨਾਂ ਨੇ ਲਾ ਦਿੱਤੀ, ਪਹਿਲਾਂ ਪਿੰਡ ਨੂੰ ਨਹੀਂ ਪੁੱਛਿਆ। ਪਰ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਾਂ ਤੁਹਾਨੂੰ ਸੁਨੇਹਾ ਆਉਂਦਾ ਭਾਈ ਤੁਸੀਂ ਇੱਕ ਜਗ੍ਹਾ ਤੇ ਪ੍ਰਕਾਸ਼ ਕਰ ਲਓ, ਤਾਂ ਤੁਹਾਡੀ ਨਿੱਜੀ ਰਾਏ ਮੰਗਲ ਸਿੰਘ ਦੀ ਕੀ ਹੈ? ਸੁਨੇਹਾ ਆਇਆ ਜੀ, ਅਸੀਂ ਲਿਖ ਕੇ ਵੀ ਦੇ ਦਿੱਤਾ ਵੀ ਅਸੀਂ ਪ੍ਰਕਾਸ਼ਿਤ ਕਰਨ ਨੂੰ ਤਿਆਰ ਹਾਂ। ਇਹਨਾਂ ਨੇ ਸਹਿਮਤੀ ਨਹੀਂ ਦਿੱਤੀ। ਹਾਂਜੀ, ਪ੍ਰਚਾਰ ਕਿੰਨੇ ਚਿਰ ਪੁਰਾਣੀ ਗੱਲ ਹੈ? ਮਈ ਦੇ ਮਹੀਨੇ 'ਚ ਅਸੀਂ ਦੇਤੀ। ਹਾਂਜੀ, 2 ਮਹੀਨੇ ਪਹਿਲਾਂ। ਹਾਂਜੀ, ਅੱਛਾ ਜੀ, ਮਈ ਦੇ ਮਹੀਨੇ 'ਚ ਦੇਤੀ ਵੀ ਅਸੀਂ ਇੱਕ ਪ੍ਰਕਾਸ਼ ਕਰਨ ਨੂੰ ਤਿਆਰ ਹਾਂ ਜੀ। ਤਾਂ ਮੰਡੀ ਲਾਧੂਕਾ ਦੇ ਵਿੱਚ ਅਸੀਂ ਇਸ ਵਕਤ ਹੈਗੇ ਹਾਂ ਭਾਈ ਜੀ, ਤੁਹਾਡੇ ਕੋਲ ਫਿਰ ਅਸੀਂ ਆਵਾਂਗੇ। ਸੰਗਤ ਵੀ ਬੈਠੀ ਹੋਈ ਹੈ ਇਸ ਦਰਬਾਰ ਦੇ, ਤੁਸੀਂ ਦਰਸ਼ਨ ਕਰਵਾ ਦਿਓ। ਇਹ 47 ਤੋਂ ਪੁਰਾਣੀ ਜਿਹੜੀ ਹੈਗੀ ਆ ਮੁਸਲਿਮ ਭਾਈਚਾਰੇ ਦੀ ਇੱਕ ਮਸਜਿਦ ਆ, ਤੇ ਇਸ ਮਸਜਿਦ ਦੇ ਵਿੱਚ ਹੀ ਜਿਹੜਾ ਹੈਗਾ ਉਹ ਵੰਡ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪ੍ਰਕਾਸ਼ ਜਿਹੜੇ ਆ ਕਰ ਲਏ ਗਏ। ਅਸੀਂ ਆਏ ਤੇ ਸਾਨੂੰ ਵੀ ਬਹੁਤ ਅਜੀਬ ਲੱਗਿਆ। ਇਸ ਜਿਹੜਾ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸੁਖਾਸਨ ਜਿਹੜਾ ਕੀਤਾ ਜਾਂਦਾ, ਪਰਲੇ ਪਾਸੇ ਇੱਕ ਪ੍ਰਕਾਸ਼ ਕੀਤਾ ਜਾਂਦਾ ਪਾਲਕੀ ਸਾਹਿਬ ਦੇ ਵਿੱਚ, ਇੱਕ ਸੱਜੇ ਪਾਸੇ ਕੀਤਾ ਜਾਂਦਾ। ਸੰਗਤ ਵੀ ਮੌਜੂਦ ਹੈ, ਦੋਨੇ ਭਾਈ ਜੀ ਮੌਜੂਦ ਨੇ। ਉਹ ਮੰਗਲ ਸਿੰਘ ਨੇ, ਇੱਧਰ ਕਸ਼ਮੀਰ ਸਿੰਘ ਹੈ। ਮੰਗਲ ਸਿੰਘ ਦਾ ਇਲਜ਼ਾਮ ਹੈ ਵੀ ਕਸ਼ਮੀਰ ਸਿੰਘ ਮੇਰੇ ਨਾਲ ਨਿੱਜੀ ਜਿਹੜੀ ਹੈਗੀ ਹੈ ਕਿਡ ਰੱਖਦਾ ਹੈ। 6 ਸਾਲ ਪਹਿਲਾਂ ਇਹਨਾਂ ਦੇ ਤਾਇਆ ਜੀ ਸੀਗੇ, ਔਰ ਇਹਨਾਂ ਦੇ ਤਾਇਆ ਜੀ ਜਿਹੜੇ ਹੈਗੇ ਜਦੋਂ ਗਏ, ਇਹਨਾਂ ਨੇ ਧੱਕੇ ਨਾਲ ਕਹਿੰਦੇ ਇੱਥੇ ਸੇਵਾ ਲਈ, ਔਰ ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਖ ਕੇ ਦੇ ਚੁੱਕਾ ਵੀ ਹਾਂ ਇੱਕ ਪ੍ਰਕਾਸ਼ ਕਰ ਲਓ, ਮੈਂ ਸਹਿਮਤ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਆਪ ਜੀ ਦਾ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਚੈਨਲ ਨੂੰ ਵੀਡੀਓ ਵਿੱਚ ਦੇਖ ਰਹੇ ਸਾਰੇ ਹੀ ਦਰਸ਼ਕ, ਗੁਰੂ ਪਿਆਰੀ ਸਾਧ ਸੰਗਤ ਜੀਓ, ਸੋ ਬੇਨਤੀ ਹੈ ਕਿ ਇਸ ਪਿੰਡ ਦਾ ਨਾਮ ਲਾਧੂਕਾ ਹੈ, ਜ਼ਿਲ੍ਹਾ ਫਾਜ਼ਿਲਕਾ ਪੈਂਦਾ ਹੈ। ਏਰੀਆ ਦੇਖੀਏ ਤਾਂ ਇਹ ਪਾਕਿਸਤਾਨ ਦੀ ਬਾਰਡਰ ਪੱਟੀ ਨੂੰ ਆਖਿਆ ਜਾਂਦਾ ਹੈ ਜੀ। ਅੱਛਾ ਜੀ, ਸੋ ਬੇਨਤੀ ਕਰ ਦੇਵਾਂ ਕਿ ਦਾਸ ਨੂੰ 6 ਸਾਲ ਪਹਿਲਾਂ ਇੱਥੇ ਸੇਵਾ ਮਿਲੀ, ਸੰਗਤ ਨੇ ਦਿੱਤੀ, ਨਗਰ ਦੀ ਸੰਗਤਾਂ ਨੇ। ਇਹ ਦੇਖਿਆ ਜਾਵੇ ਇਸ ਗੁਰੂ ਘਰ ਵਿੱਚ ਪੁਸ਼ਤ ਦਰ ਪੁਸ਼ਤ ਸੇਵਾ ਚੱਲੀ ਆ ਰਹੀ ਹੈ। ਸਾਨੂੰ ਵਡਕਿਆਂ ਦੁਆਰਾ ਦੱਸਿਆ ਗਿਆ ਹੈ ਜਦੋਂ ਵੰਡ ਹੋਈ ਹੈ ਤੇ ਸਾਡੇ ਵਡਕੇ ਇੱਥੋਂ ਦੇ ਰਹਿਣ ਵਾਲੇ ਨੇ, ਜੋ ਇੱਥੋਂ 1 ਕਿਲੋਮੀਟਰ BSF ਦੀ ਹੁਣ ਲੱਖਾ ਅਸਲੀ ਚੌਂਕੀ, ਉਹ ਸਾਡੇ ਵਡਕਿਆਂ ਦਾ ਪਿੰਡ ਸੀ। ਜਦੋਂ ਇਹ ਵੰਡ ਹੋ ਗਈ, ਸਾਡੇ ਵਡਕਿਆਂ ਨੇ ਫੌਰਨ ਇਸ ਮਸਜਿਦ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਜਿਹੜਾ ਸਾਫ਼ ਸਫਾਈ ਕਰਕੇ ਪ੍ਰਕਾਸ਼ ਕਰ ਲਿਆ ਸੀ। ਜਿਸ ਵੇਲੇ ਜੋ ਸਾਡੇ ਸਮਾਜ ਦੇ ਜਿਹੜੇ ਮਹਾਨ ਆਦਮੀ ਜਾਂ ਸਤਿਕਾਰਯੋਗ ਸੰਤ ਨਰਿੰਦਰ ਸਿੰਘ MLA ਉਸ ਵੇਲੇ ਦੇ ਸਨ, ਉਹਨਾਂ ਦੀ ਦੇਖ ਰੇਖ ਦੇ ਵਿੱਚ ਸਿੱਖ ਧਰਮ ਦੇ ਵਿੱਚ। ਅੱਛਾ ਜੀ, ਉਸ ਤੋਂ ਬਾਅਦ ਜਿਹੜਾ ਇਹ ਵੀਰ ਜਿਹੜੇ ਇਹਨਾਂ ਦੇ ਵਡਕੇ ਸਨ, ਉਹ ਪਾਕਿਸਤਾਨ ਤੋਂ ਉਠਾਏ ਗਏ, ਪਹਿਲਾਂ ਜਿੱਥੇ ਵੀ ਭੇਜੇ ਗਏ ਉੱਥੇ। ਉਸ ਤੋਂ ਬਾਅਦ ਇੱਥੇ ਇਹ ਆਏ, ਵਸੇ ਰਲ ਮਿਲ ਕੇ। ਉਸ ਵੇਲੇ ਰਲ ਮਿਲ ਕੇ ਰਹਿਣਾ ਸਮੇਂ ਦੀ ਮਜਬੂਰੀ ਸੀ।
ਦੋਨੋਂ ਧਿਰਾਂ ਜਿਹੜੀਆਂ ਉਹ ਸਮੇਂ ਦੇ ਜ਼ਖਮਾਂ ਦੇ ਨਾਲ ਜਿਹੜੀਆਂ ਫੱਟੜ ਹੋਈਆਂ ਸਨ, ਰਲ ਮਿਲ ਕੇ ਰਹਿਣਾ ਚਾਹੁੰਦੇ ਸੀ, ਰਹਿਣ ਲੱਗ ਗਏ। ਪਰੰਤੂ ਹੁਣ ਤੇ ਆਈਏ, ਜ਼ਿਆਦਾ ਸਮਾਂ ਆਪ ਜੀ ਦਾ ਨਾ ਲਵਾਂ। 6 ਸਾਲ ਪਹਿਲਾਂ ਦਾਸ ਦਾ ਤਾਇਆ ਜੀ ਉਹ ਅਟੈਕ ਹੋਣ ਕਰਕੇ ਇੱਥੋਂ ਸੰਸਾਰ ਤੋਂ ਗਾਲ ਚਲਾਣਾ ਕਰ ਗਏ। ਸਾਰੇ ਹੀ ਨਗਰ ਦੀ ਸੰਗਤ ਨੇ ਦਾਸ ਨੂੰ ਹੁਕਮ ਕੀਤਾ, ਸੇਵਾ ਮਿਲ ਗਈ ਜੀ। ਅੱਛਾ ਜੀ, ਜਿੱਥੋਂ ਝਗੜੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਮੈਂ ਇਹ ਮੰਨਦਾ ਹਾਂ, ਜੋ ਮੇਰੇ ਤੇ ਇਲਜ਼ਾਮ ਵੀ ਲਾਇਆ ਗਿਆ ਹੈ ਕਿ ਇੱਥੇ ਜਿਹੜੀ ਹੈ ਪਾਠ ਕਰਨ ਦੀ ਵਾਰੀ ਬੰਨੀ ਹੋਈ ਸੀ। ਇੱਕ ਦਿਨ ਭਾਈ ਮੰਗਲ ਸਿੰਘ ਜੀ ਪਾਠ ਕਰਦੇ ਨੇ ਸਪੀਕਰ ਦੇ ਵਿੱਚ, ਇੱਧਰ ਪ੍ਰਕਾਸ਼ ਗੁਪਤ ਕਰਕੇ ਤੇ ਹਜ਼ੂਰੀ ਦੇ ਵਿੱਚ ਬੈਠਿਆ ਜਾਂਦਾ ਹੈ। ਦੂਸਰੇ ਦਿਨ ਇੱਧਰ ਪ੍ਰਕਾਸ਼ ਕਰਕੇ ਤੇ ਸਪੀਕਰ ਵਿੱਚ ਪਾਠ ਕੀਤਾ ਜਾਂਦਾ, ਉੱਧਰ ਗੁਪਤ। ਇੱਕ ਮਹੀਨਾ ਜਿਹੜਾ ਪੈਂਦੇ ਸਰਦੀਆਂ ਕੱਤਕ ਦਾ ਆਉਂਦਾ ਹੈ। ਕੱਤਕ ਦੇ ਮਹੀਨੇ ਦੇ ਅੰਦਰ ਉਸ ਧਿਰ ਵੱਲੋਂ, ਉਸ ਗ੍ਰੰਥੀ ਵੱਲੋਂ ਇੱਕ ਕਥਾ ਕੀਤੀ ਜਾਂਦੀ ਸੀ ਜਿਸ ਦਾ ਨਾਮ ਸੀ ਕੱਤੇ ਮਹਾਤਮ। ਅੱਛਾ ਜੀ, ਪਰੰਪਰਾ ਦੇ ਅਨੁਸਾਰ ਜਦੋਂ ਸਨ 16 ਦੇ ਵਿੱਚ 2016 ਦੇ ਵਿੱਚ ਮੈਨੂੰ ਸੇਵਾ ਮਿਲੀ ਤਾਂ ਉਹ ਪਰੰਪਰਾ ਦੇ ਅਨੁਸਾਰ ਇੱਥੇ ਕਥਾ ਹੁੰਦੀ ਰਹੀ, ਪੜ੍ਹੀ ਜਾਂਦੀ ਰਹੀ। ਤਾਂ ਇਹਦੇ ਵਿੱਚ ਜਿਹੜੀ ਹੈ ਨਾ ਮੇਨ ਜਿਹੜੀ ਗੱਲ ਹੈ ਉਹ ਹੈ ਕਿ ਜਿਸ ਦਿਨ ਸਾਡੀ ਵਾਰੀ ਪਾਠ ਕਰਨ ਦੀ ਹੁੰਦੀ ਸੀ ਸਪੀਕਰ ਦੇ ਵਿੱਚ, ਉਸ ਦਿਨ ਵੀ ਸਾਡੀ ਵਾਰੀ ਦੇ ਵਿੱਚ ਨਿਤਨੇਮ ਬੰਦ ਕਰਵਾ ਦਿੱਤਾ ਜਾਂਦਾ ਸੀ। ਅਸੀਂ ਆਸਾਂ ਦੀ ਵਾਰ ਪਾਠ ਕਰ ਰਹੇ ਹਾਂ ਜਾਂ ਜਪਜੀ ਸਾਹਿਬ ਕਰ ਰਹੇ ਹਾਂ, ਸਾਨੂੰ ਪਾਠ ਬੰਦ ਕਰਵਾ ਦਿੱਤਾ ਜਾਂਦਾ ਸੀ ਤੇ ਉੱਧਰ ਉਹ ਕਥਾ ਕਰੀ ਜਾਂਦੀ ਸੀ। ਜਦੋਂ ਇਹ ਸਿਸਟਮ 1 ਮਹੀਨਾ ਭਰ ਚੱਲਿਆ, ਉਸ ਨੂੰ ਅਸੀਂ ਸੁਣਿਆ, ਕਿਉਂਕਿ ਪੈਂਦੇ ਸਾਲ ਆਰੰਭਤਾ ਦੇ ਵਿੱਚ ਅਸੀਂ ਜਿਹੜਾ ਦਖਲਅੰਦਾਜ਼ੀ ਨਹੀਂ ਕਰ ਸਕਦੇ ਸੀ, ਵੇਖਦੇ ਰਹੇ, ਸੁਣਦੇ ਰਹੇ। ਲੇਕਿਨ ਜਦੋਂ ਸਾਰਾ ਮਹੀਨਾ ਕਥਾ ਹੋ ਗਈ ਤੇ ਧਿਆਨ ਦੇ ਨਾਲ ਸਰਵਣ ਕੀਤੀ ਤੇ ਉਸ ਦੇ ਵਿੱਚ ਜਿਹੜਾ ਜੋ ਦੱਸਿਆ ਜਾਂਦਾ ਹੈ ਉਹ ਸਿਰਫ ਸਨਾਤਨ ਧਰਮ ਦਾ ਜਿਹੜਾ ਗਿਆਨ ਉਪਦੇਸ਼ ਦਿੱਤਾ ਜਾਂਦਾ ਸੀ, ਦੇਵੀ ਅਤੇ ਦੇਵਤਿਆਂ ਨੂੰ ਪੂਜਣ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀ, ਪਿੱਪਲ ਪੂਜਾ, ਲక్ష్ਮੀ ਪੂਜਾ, ਜੰਡ ਪੂਜਾ, ਵਰਤ ਰੱਖਣੇ, ਕਰਮਕਾਂਡ ਕਰਨੇ, ਇਹ ਸਿੱਖਿਆ ਦਿੱਤੀ ਜਾਂਦੀ ਸੀ। ਸੋ ਸਾਡੇ ਜਹਿਣ ਦੇ ਵਿੱਚ ਇਹ ਚੀਜ਼ ਦੇਖੀ। ਦੂਸਰਾ, ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜੋ ਗੁਰਬਾਣੀ ਦੇ ਸ਼ਬਦ ਆਉਂਦੇ ਨੇ, ਮਾਇਆ ਮੋਹਿ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਹਰ ਕੀ ਸੇਵਾ, ਬ੍ਰਹਮਾ ਵਿਸ਼ਨ ਮਹੇਸ਼, ਤ੍ਰੈਗੁਣ ਮੂਰਤ ਵਿੱਚ ਹਉਮੈ ਭਰਮ ਭੁਲਾਈ, ਇੱਦਾਂ ਦੇ ਸ਼ਬਦ ਜਦੋਂ ਸਤਿਗੁਰਾਂ ਨੇ ਗਿਆਨ ਕਰਵਾਇਆ ਤੇ ਫਿਰ ਅਸੀਂ ਉਸ ਗ੍ਰੰਥੀ ਸਾਹਿਬ ਨਾਲ ਸਨ 17 ਦੀ ਆਰੰਭਤਾ ਦੇ ਵਿੱਚ ਜਦੋਂ ਕਥਾ ਹੋਣ ਲੱਗੀ ਤਾਂ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ। ਆ ਨਾਲ ਮੇਰੇ ਭਾਈ ਗੁਰਮੁਖ ਬੈਠੇ ਆ ਅੰਮ੍ਰਿਤਧਾਰੀ, ਜਦੋਂ ਉਸ ਗ੍ਰੰਥੀ ਮੰਗਲ ਸਿੰਘ ਨਾਲ ਬੁਲਾਇਆ, ਇੱਥੇ ਵਿਚਾਰ ਕਰਨ ਦੀ ਕੀਤੀ ਕੋਸ਼ਿਸ਼। ਵੀਰ ਜੀ, ਜਿਹੜੀ ਤੁਸੀਂ ਕਥਾ ਪੜ੍ਹਦੇ ਹੋ ਉਹ ਤੇ ਗੁਰਬਾਣੀ ਦੇ ਅਨੁਸਾਰ ਨਹੀਂ ਹੈ। ਆਪਣੇ ਗੁਰੂ ਸਾਹਿਬਾਂ ਨੇ ਸ਼ਬਦ ਗੁਰੂ ਨੂੰ ਪੂਜਣ ਦੀ ਸਿੱਖਿਆ ਦਿੱਤੀ ਹੈ ਤੇ ਉਹਦੀ ਥਾਂ ਤੇ ਤੁਸੀਂ ਗੁਰੂਆਂ ਦਾ ਐਡਾ ਮਹਾਨ ਮਹਿੰਗਾ ਸਿੱਖ ਧਰਮ ਹੈ, ਸ਼ਹੀਦਾਂ ਦਾ ਇਤਿਹਾਸ, ਉਹ ਪੜ੍ਹੋ, ਸੁਣਾਓ, ਗੁਰਬਾਣੀ ਦੇ ਨਾਲ ਜੋੜੋ। ਲੋਕਾਂ ਨੂੰ ਤੁਸੀਂ ਵਰਤਾਂ, ਪਖੰਡਾਂ, ਕਰਮਕਾਂਡਾਂ ਦੇ ਨਾਲ ਕਿਉਂ ਜੋੜਦੇ? ਜਦੋਂ ਵਿਚਾਰ ਕੀਤੀ ਤਾਂ ਇਹ ਭੜਕ ਪਏ ਸਾਡੇ ਨਾਲ। ਇਹਨਾਂ ਨੇ ਭੜਕਾਊ ਅਨਾਉਂਸਮੈਂਟ ਕਰਕੇ ਪਿੰਡ ਵਿੱਚੋਂ ਬੰਦੇ ਸੱਦ ਲਏ ਜੋ ਮੇਰੇ ਗਲ ਪੈਣ ਨੂੰ ਆਏ। ਉੱਥੋਂ ਝਗੜੇ ਦੀ ਸ਼ੁਰੂਆਤ ਹੋਈ ਹੈ ਜੀ। ਅੱਛਾ ਜੀ, ਅਸੀਂ ਆਪਣੀ ਥਾਂ ਸੱਚੇ ਸਾਂ ਤੇ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਬਖਸ਼ਿਆ ਥੋੜ੍ਹੀ ਬਹੁਤ ਜੋ ਜਾਣਕਾਰੀ ਸਿੱਖ ਧਰਮ ਦੇ ਬਾਰੇ, ਇਹ ਜੋ ਸਰਟੀਫਿਕੇਟ ਜੋ ਮੈਂ ਧਰਮ ਅਧਿਐਨ ਕੋਰਸ ਕੀਤਾ ਹੋਇਆ ਜੀ, ਮਹਾਰਾਜ ਨੇ ਜਾਣਕਾਰੀ ਬਖਸ਼ੀ ਹੈ। ਅਸੀਂ ਕਹਿੰਦੇ ਸਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਹੋਵੇ, ਪ੍ਰਸਾਰ ਹੋਵੇ, ਕਿਉਂਕਿ ਆਲ ਵਰਲਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖ ਪੈਦਾ ਹੋਏ ਨੇ ਤੇ ਇੱਥੇ ਦੇਵੀ ਦੇਵਤਿਆਂ ਦੇ ਭਗਤ ਪੈਦਾ ਕੀਤੇ ਜਾਂਦੇ ਰਹੇ ਨੇ। ਇਹ ਮੈਨੂੰ ਗੱਲ ਦੁਖਣ ਲੱਗੀ, ਇਹ ਸੰਗਤਾਂ ਨਾਲ ਸਾਂਝੀ ਕੀਤੀ ਉਸ ਭਾਈ ਨਾਲ। ਲੇਕਿਨ ਉਹ ਭਾਈ ਨਹੀਂ ਮੰਨਿਆ ਗ੍ਰੰਥੀ ਸਾਹਿਬ ਤੇ ਜਿਹੜਾ ਉਹਨਾਂ ਨੇ ਫਿਰ ਕਥਾ ਸ਼ੁਰੂ ਕਰ ਲਈ। ਅਸੀਂ ਧਰਮ ਪ੍ਰਚਾਰ ਕਮੇਟੀ ਨੂੰ ਇੱਕ ਲਿਖਤੀ ਬੇਨਤੀ ਕਰ ਦਿੱਤੀ। ਉਹਨਾਂ ਦਾ ਪ੍ਰਚਾਰਕ ਆਇਆ, ਉਹਨਾਂ ਦੇ ਪ੍ਰਚਾਰਕ ਪਾਸੇ ਭਾਈ ਮੰਗਲ ਸਿੰਘ ਗ੍ਰੰਥੀ ਸਾਹਿਬ ਲਿਖ ਕੇ ਦੇ ਦਿੰਦੇ ਨੇ ਬਈ ਅਸੀਂ ਕਥਾ ਅੱਗੇ ਤੋਂ ਨਹੀਂ ਕਰਾਂਗੇ, ਇਹ ਮਨਮਤ ਵਾਲੀ ਹੈ। ਲੇਕਿਨ ਦੂਸਰੇ ਪਾਸੇ ਪਿੰਡ ਵਾਲਿਆਂ ਨੂੰ ਫਿਰ ਭੜਕਾ ਦਿੰਦੇ ਨੇ। ਪਿੰਡ ਵਾਲੇ ਫਿਰ ਮੇਰੇ ਉੱਤੇ ਦਬਾਅ ਹੋ ਜਾਂਦੇ ਨੇ। ਸਾਰਾ ਮਹੀਨਾ ਫਿਰ ਕਥਾ ਹੁੰਦੀ ਹੈ। ਜਦੋਂ ਇਸ ਸਮਾਂ ਲੰਘ ਗਿਆ, ਸਨ 18 ਦੇ ਵਿੱਚ ਫਿਰ ਇੱਦਾਂ ਹੁੰਦਾ ਜੀ, ਮੈਨੂੰ ਪਹਿਲਾਂ ਹੀ ਇਹ ਬੁਲਾ ਲੈਂਦੇ ਨੇ ਆਪਣੇ ਕਾਫੀ ਇਕੱਠ ਕਰਕੇ, ਜਿਹੜੇ ਉਹ ਕਥਾ ਸੁਣਨ ਦੇ ਚਾਹਵਾਨ ਸਨ, ਇਕੱਠ ਕਰਕੇ ਮੈਨੂੰ ਪਹਿਲਾਂ ਉੱਥੇ ਦਬਾ ਕੇ ਕਹਿੰਦੇ ਨੇ ਜੇ ਤਾਂ ਕਥਾ 'ਤੇ ਅਟੈਕ ਕਰਨਾ ਹੈ ਤਾਂ ਸਮਾਨ ਚੁੱਕ ਕੇ ਉੱਠ ਜਾ ਇੱਥੋਂ, ਤੇ ਜੇ ਤੁਸੀਂ ਕਥਾ 'ਤੇ ਅਟੈਕ ਨਹੀਂ ਕਰਨਾ ਫਿਰ ਤੁਸੀਂ ਬੈਠੇ ਰਹੋ। ਅੱਛਾ, ਦਬਾ ਕੇ ਮੈਨੂੰ ਇਹਨਾਂ ਨੇ ਕਥਾ ਫਿਰ ਸ਼ੁਰੂ ਕਰ ਲਈ ਹੈ। ਅਸੀਂ ਚੁੱਪ ਕਰ ਗਏ ਜੀ। ਦੁਬਾਰਾ ਫਿਰ ਅਸੀਂ ਧਰਮ ਪ੍ਰਚਾਰ ਕਮੇਟੀ ਨੂੰ ਲਿਖਤੀ ਬੇਨਤੀ ਕੀਤੀ। ਉਹਨਾਂ ਦਾ ਪ੍ਰਚਾਰਕ ਆਉਂਦਾ ਹੈ ਤੇ ਇਹਨਾਂ ਨੂੰ ਕਹਿ ਜਾਂਦਾ, ਇਹ ਰੁਕ ਜਾਂਦੇ ਨੇ, ਬਾਅਦ ਵਿੱਚ ਫਿਰ ਇਹੋ ਪ੍ਰਚਾਰ ਕਰਦੇ ਆ। ਇਸ ਗੱਲ ਦਾ ਝਗੜਾ ਸ਼ੁਰੂ ਹੁੰਦਾ ਜੀ। ਤੁਹਾਡਾ ਝਗੜਾ ਸ਼ੁਰੂ ਹੁੰਦਾ ਤਾਂ ਹੁਣ ਦੀ ਗੱਲ ਉੱਦਾਂ ਉਹਨਾਂ ਨੇ ਮੂੰਹੋਂ ਵੀ ਕਿਹਾ, ਉਹ ਕਹਿੰਦੇ ਵੀ ਇੱਥੇ ਕੋਈ ਮੈਂ ਜਿਹੜਾ ਹੈਗਾ ਗੁਰਮਰਿਆਦਾ ਦੇ ਖਿਲਾਫ ਕੋਈ ਧਾਗੇ ਤਵੀਰ ਜਾਂ ਕੁਝ ਵੀ ਨਹੀਂ ਕਰਦਾ। ਉਹ ਕਹਿੰਦੇ ਵੀਰ ਜੀ, ਗੁਰਮਰਿਆਦਾ ਦੇ ਤੁਸੀਂ ਆਪ ਹੀ ਜਿਹੜਾ ਨਾ ਤੁਰਨ ਫਿਰਨ ਵਾਲੇ ਜਾਣਕਾਰ ਹੋ, ਤੇ ਤੁਸੀਂ ਇਹ ਦੇਖੋ ਵੀ ਇੱਕ ਹਾਲ ਹੈ, ਗੁਰਬਾਣੀ ਇੱਕ ਹੈ,
ਸੰਗਤ ਇੱਕ ਹੈ, ਹਾਲ ਇੱਕ ਹੈ। ਦੋ ਗੁਰੂ ਸਾਹਿਬ ਪ੍ਰਕਾਸ਼ ਕਰਨੇ, ਦੋ ਹੁਕਮਨਾਮੇ ਲੈਣੇ ਤੇ ਸੰਗਰਾਂਦ ਵਾਲੇ ਦਿਨ ਦੋ ਹੀ ਦੇਗਾ ਬਣਾ ਕੇ ਜਿਹੜੀਆਂ ਉਹ ਵਰਤਾਉਣੀਆਂ। ਤੇ ਸਾਨੂੰ ਤੇ ਜਿਹੜਾ ਨਾ ਉਹ ਅਸੀਂ ਮਰਿਆਦਾ ਦੀ ਜੋ ਕਾਪੀਆਂ ਪੜ੍ਹੀਆਂ ਨੇ ਉਹਨਾਂ ਦੇ ਅਨੁਸਾਰ ਜਾਂ ਅਸੀਂ ਸੰਗਤ ਕੀਤੀ ਹੈ ਮਹਾਂਪੁਰਸ਼ਾਂ ਦੀ, ਸਿੱਖ ਸੰਗਤਾਂ ਦੀ, ਉਹਨਾਂ ਦੇ ਅਨੁਸਾਰ ਤੇ ਸ਼੍ਰੋਮਣੀ ਕਮੇਟੀ ਦੇ ਦੱਸਣ ਅਨੁਸਾਰ ਇਹ ਮਨਮਤ ਹੈ ਜੀ। ਬਿਲਕੁਲ ਮਨਮਤ ਆ। ਤਾਂ ਮੇਰਾ ਇਹ ਸਵਾਲ ਹੈਗਾ ਤੁਹਾਨੂੰ, ਤੁਸੀਂ 6 ਸਾਲ ਤੋਂ ਇੱਥੇ ਸੇਵਾ ਕਰ ਰਹੇ ਹੋ ਜੀ। ਤੇ ਪ੍ਰਕਾਸ਼ ਇੱਥੇ 47 ਤੋਂ ਹੀ ਹੈ? ਪ੍ਰਕਾਸ਼ ਦੇਖੋ ਜੀ, ਜਨਮ ਸਾਡਾ ਬਾਅਦ ਵਿੱਚ ਹੋਇਆ, 47 ਤੋਂ ਪ੍ਰੋਪਰ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਇੱਥੇ ਲੋਕ ਵਸੇ ਤੇ ਕੁਛ ਚਿਰ ਬਾਅਦ ਪੁਰਾਣਾ ਹੀ 50-60 ਸਾਲ ਤੋਂ ਆ ਦੋ ਪ੍ਰਕਾਸ਼ ਹੈ। ਹਾਂਜੀ। ਤਾਂ ਜਦੋਂ ਤੁਸੀਂ 6 ਸਾਲ ਪਹਿਲਾਂ ਸੇਵਾ ਸੰਭਾਲੀ ਸੀ, ਕੀ ਤੁਸੀਂ ਉਦੋਂ ਕੋਸ਼ਿਸ਼ ਕੀਤੀ ਸੀ ਵੀ ਆਪਾਂ ਇੱਕ ਪ੍ਰਕਾਸ਼ ਕਰ ਲਈਏ? ਦੇਖੋ ਜੀ, ਪਹਿਲੇ ਤਾਂ ਜੋ ਇੱਥੇ ਗਿਆਨ ਰੂਪੀ ਲੰਗਰ ਵਰਤਾਇਆ ਜਾਂਦਾ ਸੀ ਉਸ ਦੇ ਉੱਤੇ ਪਹਿਲੇ ਤੇ ਗੱਲ ਚੱਲੀ ਵੀ ਇਹ ਜਿਹੜਾ ਪ੍ਰਚਾਰ ਹੈ ਨਾ ਸਿੱਖੀ ਦਾ ਪ੍ਰਚਾਰ ਹੋਵੇ, ਦੇਵੀ ਦੇਵਤਿਆਂ ਦਾ ਪ੍ਰਚਾਰ ਨਾ ਹੋਵੇ। ਪਹਿਲਾਂ ਇਸ ਤੇ ਗੱਲ ਚੱਲੀ ਜੀ, ਠੀਕ ਹੈ ਨਹੀਂ। ਤੇ ਦੇਖੋ ਜੀ, ਦੋ ਪ੍ਰਕਾਸ਼ ਹੈਗੇ ਆ ਜੀ, ਤੇ ਇਸ ਗੱਲ ਨੂੰ ਹੁਣ ਮੰਨਦੇ ਆ ਵੀ 47 ਤੋਂ ਲੈ ਕੇ ਹੁਣ ਤੱਕ ਲਗਭਗ 70 ਸਾਲ ਹੋ ਗਏ ਆ। ਇਹ ਜਦੋਂ ਬਾਰਿਸ਼ ਆਉਂਦੀ ਛੱਤ 'ਚ ਆਉਂਦੀ ਹੈ, ਉੱਪਰ ਪਾਣੀ ਡਿੱਗਦਾ ਚੰਦੂਆ ਸਾਹਿਬਾ ਤੇ ਜਦੋਂ ਸੰਗਤ ਆਉਂਦੀ ਹੈ ਇੱਥੇ ਤੁਸੀਂ ਥਾਂ ਜਗ੍ਹਾ ਵੇਖੋ, ਮੱਥਾ ਟੇਕਣ ਨੂੰ ਜਗ੍ਹਾ ਨਹੀਂ, ਸੰਗਤ ਹੇਠ ਉੱਤੇ ਡਿੱਗਦੀ ਹੈ। ਇੱਕ ਲੋੜ ਹੈ ਜੀ ਨਵੇਂ ਗੁਰੂ ਘਰ ਦੀ, ਇੱਕ ਹਾਲ ਦੀ, ਇੱਕ ਸੋਹਣੇ ਗੁਰੂ ਘਰ ਦੀ। ਜਦੋਂ ਜੋ ਸਾਰੇ ਆਲ ਵਰਲਡ ਦੇ ਅੰਦਰ ਗੁਰੂ ਘਰ ਨਵੇਂ ਬਣ ਗਏ ਆ, ਵਿਕਾਸ ਹੋ ਗਿਆ ਇਸ ਪਿੰਡ ਦੇ ਵਿੱਚ। ਮੈਂ ਤੁਹਾਨੂੰ ਕੀ ਦੱਸਾਂ, ਪਿੰਡ ਦਾ ਨਾਮ ਸੁੰਦਰਗ੍ਰਾਮ ਹੈ। ਸੁੰਦਰਗ੍ਰਾਮ ਪਿੰਡ ਦੇ ਵਿੱਚ ਹਸਪਤਾਲ ਅਪਡੇਟ ਹੋ ਗਏ, ਇੱਥੋਂ ਦੀਆਂ ਕਬਰਾਂ ਅਪਡੇਟ ਹੋ ਗਈਆਂ, ਇੱਥੋਂ ਦੇ ਜੰਝ ਘਰ ਅਪਡੇਟ ਹੋ ਗਏ, ਇੱਥੋਂ ਦੇ ਸਕੂਲ ਅਪਡੇਟ ਹੋ ਗਏ, ਇੱਥੋਂ ਦੀ ਗਲੀਆਂ ਵਿੱਚ ਬਲਬ ਲੱਗ ਗਏ। ਤੇ ਸਾਡਾ ਗੁਰੂ ਘਰ 47 ਤੋਂ ਉਹਦੇ ਵਿੱਚ ਅਸੀਂ ਗੁਰੂ ਮਹਾਰਾਜ ਪਾਤਸ਼ਾਹ ਜਿਹੜਾ ਅਕਾਲ ਪੁਰਖ ਹੈ ਉਸ ਨੂੰ ਅਸੀਂ ਬਿਰਾਜਮਾਨ ਕੀਤਾ। ਪਿੰਡ ਦੀ ਆਬਾਦੀ ਜੀ ਕਾਫੀ ਹੈ ਜੀ, 5000 ਤੋਂ ਉੱਪਰ ਹੈ ਜੀ। ਅੱਛਾ, 5000 ਤੇ ਇੱਕੋ ਹੀ ਗੁਰੂ ਘਰ ਹੈ ਹੀ ਬਸ? ਇੱਕੋ ਗੁਰੂ ਘਰ ਹੈ ਜੀ। ਸਿੱਖਾਂ ਦੀ ਆਬਾਦੀ ਕਿੰਨੀ? ਦੇਖੋ ਜੀ, ਤੁਸੀਂ ਸਿੱਖ ਅੰਮ੍ਰਿਤਧਾਰੀਆਂ ਨੂੰ ਸਿੱਖ ਕਹਿੰਦੇ, ਧਾਰੀਆਂ ਦੀ ਕਿੰਨੀ ਹੈਗੀ ਹੈ ਜੀ ਆਬਾਦੀ? ਹੈਗੀ ਹੈ ਜੀ ਵਿੱਚ 10,000 50,000 1000 ਜਾਂ 2000? ਥੋੜੀ ਹੈ ਜੀ ਆਬਾਦੀ, ਤੁਸੀਂ ਥੋੜੀ ਗਿਣ ਲਓ। ਜਿਹੜੇ ਅੰਮ੍ਰਿਤਧਾਰੀ ਹੈਗੇ ਆ ਨਾ ਜੀ, ਉਹ ਕੋਈ 100-200 ਗਿਣ ਲਓ ਜਿਹੜੇ ਅੰਮ੍ਰਿਤਧਾਰੀ ਹੈਗੇ ਪਿੰਡ। ਹਾਂਜੀ ਹਾਂਜੀ। ਤਾਂ ਸੁੰਦਰਗ੍ਰਾਮ ਮੰਡੀ ਲਾਧੂਕਾ ਦੇ ਕੋਲ ਸੁੰਦਰਗ੍ਰਾਮ ਜਿਹੜਾ ਨਗਰ ਹੈਗਾ ਉਹਦਾ ਚਰਚਾ ਚੱਲ ਰਹੀ ਹੈ। ਅਸੀਂ ਵਿਵਾਦ ਨਹੀਂ ਕਹਿੰਦੇ, ਗੁਰੂ ਘਰਾਂ ਦੇ ਵਿਵਾਦ ਨਹੀਂ ਹੁੰਦੇ ਖੈਰ ਕਦੇ, ਪਰ ਇੱਕ ਜ਼ਰੂਰ ਅਸੀਂ ਮੰਗਲ ਸਿੰਘ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਸੰਗਤ ਨਾਲ ਜ਼ਰੂਰ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੰਗਤ ਕੀ ਕਹਿੰਦੀ ਹੈ, ਕਿਉਂਕਿ ਗੁਰਮਰਿਆਦਾ ਜਿਹੜੀ ਹੈ ਉਹ ਸਭ ਤੋਂ ਅਹਿਮ ਹੈਗੀ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜੀ ਰਹਿਤ ਮਰਿਆਦਾ, ਉਹ ਕਿਸੇ ਵੀ ਪਿੰਡ, ਕਿਸੇ ਵੀ ਜਿਹੜਾ ਹੈਗਾ ਕਸਬੇ, ਕਿਸੇ ਵੀ ਪਾਰਟੀ ਦੇ ਨਾਲੋਂ ਸਦਾ ਹੀ ਜਿਹੜੀ ਹੈਗੀ ਆ ਉਹ ਉੱਤੇ ਹੀ ਰਹਿਣੀ ਔਰ ਉੱਤੇ ਹੀ ਹੈ। ਪਿੰਡ ਦੇ ਲੋਕ ਕੀ ਕਹਿੰਦੇ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਿੰਡ ਦੀ ਸਾਰੀ ਸੰਗਤ ਹੈ ਜੀ? ਜੀ ਜੀ ਜੀ। ਤੁਹਾਡਾ ਕੀ ਨਾਮ ਹੈ? ਹਾਂਜੀ, ਮੇਰਾ ਨਾਮ ਪਾਲਾ ਸਿੰਘ ਜੀ। ਪਾਲਾ ਸਿੰਘ, ਤੁਸੀਂ ਇੱਥੇ ਕਿੰਨੇ ਚਿਰ ਤੋਂ ਆ ਰਹੇ ਹੋ ਗੁਰਦੁਆਰਾ ਸਾਹਿਬ ਵਿੱਚ? ਬਸ ਸਾਡਾ ਜਨਮ ਤੋਂ ਅਸੀਂ ਇੱਥੇ ਹੀ ਆ ਰਹੇ, ਮੇਰਾ 50-60 ਸਾਲ ਉਮਰ ਹੋ ਗਈ। ਉਦੋਂ ਤੋਂ ਹੀ ਦੋ ਪ੍ਰਕਾਸ਼ ਨੇ ਇਸ ਗੁਰੂ ਘਰ ਇੱਥੇ? ਇਹ ਹਨ ਤਾਂ ਸ਼ੁਰੂ ਤੋਂ ਹੀ ਦੋ ਪ੍ਰਕਾਸ਼। ਤੇ ਪਹਿਲਾਂ ਵੀ ਆਪਸ 'ਚ ਦੋਨਾਂ ਭਾਈਆਂ ਦਾ, ਦੋਨੇ ਗ੍ਰੰਥੀ ਸਿੰਘਾਂ ਦਾ ਹੋਇਆ ਬੋਲਬਾਲ? ਜਿਹੜੇ ਇਹਨਾਂ ਦੇ ਚਾਚਾ ਜੀ ਸੀ, ਉਹਨਾਂ ਦੇ ਪਿਤਾ ਜੀ ਸੀ ਮੰਗਲ ਸਿੰਘ ਦੇ, ਉਹ ਵੀ ਪਹਿਲਾਂ ਇੱਥੇ ਹੀ ਸੇਵਾ, ਉਹਨਾਂ ਇੱਥੇ ਹੀ ਸਮਾਪਤ ਹੋ ਗਏ ਇਹਨਾਂ ਗੁਰਦੁਆਰੇ। ਮਤਲਬ ਜਿੱਦਾਂ ਹੁਣ ਇਹ ਕਹਿੰਦੇ ਵੀ ਉਹ ਗੁਰਮਰਿਆਦਾ ਦੇ ਖਿਲਾਫ ਕੰਮ ਕਰਦੇ ਨੇ, ਜਿਹੜੇ ਨਹੀਂ ਹੋਣੇ ਚਾਹੀਦੇ ਗੁਰਦੁਆਰੇ, ਕਿਉਂਕਿ ਹਰ ਧਰਮ ਦੀ ਆਪਣੀ ਮਰਿਆਦਾ। ਗੁਰਮਰਿਆਦਾ ਦੀ ਗੱਲ ਹੈ ਇਸੇ ਤਰ੍ਹਾਂ ਹੈ ਜੀ ਜਨਾਬ। ਗੱਲ ਤਾਂ ਇਹ ਹੈ ਵੀ ਇੱਕ ਤਾਂ ਇਹ ਮਸੀਤ ਆਈ ਪਾਕਿਸਤਾਨ ਵੇਲੇ, ਮੁਸਲਮਾਨਾਂ ਨੇ ਇੱਥੇ ਮਸੀਤ ਬਣਾਈ ਸੀ, ਉਸੇ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਵਾਸਾ ਕਰਤਾ। ਹੁਣ ਅੱਜ ਜੇ ਸਮਾਜ ਨੂੰ ਵੇਖੀਏ, ਤਰੱਕੀ ਨੂੰ ਵੇਖੀਏ, ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਇੱਕ ਅਲੱਗ ਬਣਨਾ ਚਾਹੀਦਾ ਹੈ, ਨਵਾਂ। ਔਰ ਜਿਹੜੇ ਪਾਠੀ ਚਾਹੇ ਇੱਕ ਰੱਖੀਏ ਚਾਹੇ ਦੋ ਰੱਖੀਏ, ਤਨਖਾਹ 'ਤੇ ਰੱਖੇ ਜਾਵਣ। ਗੋਲਕ ਵਿੱਚ ਜੋ ਰਾਸ਼ੀ ਆਵੇ ਪਵੇ, ਪਿੰਡ ਦਾ ਸੁਧਾਰ ਵੀ ਹੋਵੇਗਾ। ਦੱਸੋ, ਪਿੰਡ 'ਚ ਤੁਹਾਡੇ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਸਾਲ ਬਾਅਦ, ਕੋਈ ਮੇਲਾ ਜਾਂ ਕੋਈ ਭੋਗ ਜਾਂ ਕੋਈ ਹਵਨ ਕੋਈ ਹੁੰਦਾ ਹੈ? ਹੁੰਦੇ ਆ। ਕੀ ਹੁੰਦਾ ਉਹ? ਕੋਈ ਮੇਲਾ ਵੀ ਲੱਗਦਾ ਹੈ ਜੀ, ਹੋਰ ਕੋਈ ਆਪਣੇ ਜਿਵੇਂ ਕਿੰਨਾ ਖਰਚਾ ਕਰ ਦਿੰਦੇ ਉਹਦੇ 'ਚ? ਉਹਦੇ ਤੇ ਖਰਚਾ ਜਿਵੇਂ ਜੀ ਸੰਗਤ ਦੇ ਸਿਰ ਤੇ 7 ਲੱਖ ਤੇ ਘੱਟੋ ਘੱਟ ਲੱਗਦਾ ਹੋਊ? ਨਹੀਂ, 5-7 ਲੱਖ ਲਾਉਣ ਵਾਲਾ ਪਿੰਡ ਨਹੀਂ। ਥੋੜੇ ਲੱਗਦੇ ਆ? ਥੋੜੇ ਥੋੜੇ ਬਹੁਤੇ ਲਾ ਕੇ ਗੁਰੂ ਘਰ ਦੀ ਉਸਾਰੀ ਨਹੀਂ ਕਰ ਸਕਦੇ? 2-2.5 ਲੱਖ ਰੁਪਈਆ ਲਾ ਸਕਦੇ ਆ। 2-2.5 ਲੱਖ ਮੰਨ ਲਓ ਤੇ ਮਤਲਬ ਇਹ ਗੁਰੂ ਘਰ ਦੀ ਕਰ ਸਕਦੇ ਆ ਸਾਰੀ, ਜਿਹੜੀ ਇਹ ਵਿੱਚ ਨਾ ਥੋੜੀ ਜੀ ਫਾਸਲਾ ਬਣ ਗਿਆ ਵੀ ਅਸੀਂ ਹਿੰਦੂ ਹਾਂ ਤੇ ਉਹ ਮੁਸਲਮਾਨ। ਅੱਛਾ, ਪਿੰਡ 'ਚ ਮੁਸਲਮਾਨ ਵੀ ਹੈਗੇ ਆ? ਮਤਲਬ ਇਹ ਕਮੋ ਜਾਂ ਕੋਈ ਵੀ ਹੈ, ਉਹ ਬਰਾਦਰੀਆਂ ਦਾ ਮਤਲਬ ਬਰਾਦਰੀਵਾਦ, ਜਿਵੇਂ ਹੁਣ ਤੁਸੀਂ ਉਹਨਾਂ ਨੂੰ ਪੁੱਛਿਆ ਜਾਂ ਇਹਨਾਂ ਨੂੰ ਪੁੱਛਿਆ, ਇਹ ਗੁਰੂ ਘਰ ਦੇ ਵਿੱਚ ਇਕੱਠ ਚਾਹੀਦਾ ਕੋਈ ਵੀ। ਪਿੰਡ 'ਚ ਆਪਾਂ ਉਹਦਾ ਮੈਂ ਜਾਣਕਾਰੀ ਲਈ ਪੁੱਛਿਆ, ਪਿੰਡ 'ਚ ਕਿਹੜੀ ਬਰਾਦਰੀ ਦੀ ਕਿੰਨੀ ਕੁ ਮਤਲਬ ਕਿੰਨੇ ਕੁ ਲੋਕ ਰਹਿੰਦੇ ਹੈਗੇ?
ਇੱਥੇ ਉਨੇ ਹੀ ਰਾਜ ਸਿੱਖ ਹੈ ਤੇ ਉਨੇ ਹੀ ਕਮੋਜ ਹੈ। ਅੱਛਾ, ਦੋ ਮੁੱਖ ਤੌਰ ਤੇ ਦੋਨੇ ਨੇ ਜਾਤਾਂ ਹੀ ਹਨ, ਬਾਕੀ ਠੀਕ ਹੈ ਕੋਈ ਇੱਕ ਅੱਧਾ ਵਿੱਚ ਹੋਰ ਕੋਈ ਜਾਤੀ ਦਾ। ਦੋ ਪ੍ਰਕਾਸ਼ ਨੇ ਇਹ ਵੀ ਇਸ ਤਰ੍ਹਾਂ ਹੀ ਕੀਤੇ ਗਏ ਵੀ ਉਹ ਰਾਜ ਸਿੱਖਾਂ ਦਾ ਕੰਬੋਜ ਐਦਾਂ ਹੈਗਾ। ਇਹ ਹੁਣ ਇਦਾਂ ਦੇ ਕਰਤਾ ਨੇ ਜਿਵੇਂ ਜਿਵੇਂ ਅਗਾਂ ਨਵੀਂ ਨਸਲ ਵੱਧ ਰਹੀ ਹੈ। ਪਹਿਲਾਂ ਕੋਈ ਨਹੀਂ ਇਹ ਜਿਹਾ ਭੇਦਭਾਵ ਹੀ ਨਹੀਂ ਸੀ। ਪਹਿਲਾਂ ਵਾਲੀ ਨਸਲ ਸਿਆਣੀ ਸੀ ਕਿ ਹੁਣ ਵਾਲੀ ਸਿਆਣੀ? ਪਹਿਲਾਂ ਵਾਲੀ। ਹੁਣ ਵਾਲੀ ਜਿਹੜੀ ਹੈ ਨਾ ਬਿਲਕੁਲ ਵੱਖਰਾ ਹੀ ਚਾਹੁੰਦੇ ਹੈ ਤੇ ਵੱਖਰੇ ਸਾਨੂੰ ਕੋਈ ਸਹਾਇਤਾ ਦੇਵੇ ਕਮੇਟੀ, ਚਾਹੇ ਕੁਛ ਵੀ ਹੈ, ਕੋਈ ਅਸੀਂ ਸੰਯੋਗ ਪਾਣੇ। ਸਹਾਇਤਾ ਦਊਗੀ ਕਮੇਟੀ ਤੇ ਉਦੋਂ ਸਹਾਇਤਾ ਦਊ ਜਦੋਂ ਤੁਸੀਂ ਪਹਿਲਾਂ ਇੱਕ ਹੋਵੋਗੇ। ਹੁਣ ਤੁਸੀਂ ਤੁਹਾਡੇ ਤਾਂ ਭਾਈ ਆਪਸ ਚ ਲੜਨ ਨੂੰ ਫਿਰਦੇ ਹੋ, ਕਹਿੰਦੇ ਉਹ ਤਾਂ ਬੜੇ ਗੁੱਸੇ ਹੀ ਥੋੜਾ ਬੋਲ ਰਹੇ ਸੀ। ਅਸੀਂ ਤਾਂ ਸਾਂਝੀ ਗੱਲ ਇਹ ਕਰਦੇ ਹਾਂ, ਨਾ ਭਾਈ ਉਸ ਦੀ ਰੱਖਦੇ ਤੇ ਨਾ ਇਹਦੀ, ਬਈ ਸਾਂਝਾ ਗੁਰਦੁਆਰਾ ਬਣਾਇਆ ਜਾਵੇ, 2 ਗ੍ਰੰਥੀ ਰੱਖੇ ਜਾਵਣ, ਉਹਨਾਂ ਨੂੰ ਅਸੀਂ ਤਨਖਾਹ ਦੇਵਾਂਗੇ। ਇੱਕ ਤਾਂ ਪ੍ਰਕਾਸ਼ ਇੱਕ ਹੋਣਾ ਚਾਹੀਦਾ, ਪ੍ਰਕਾਸ਼ ਇੱਕ ਹੋਣਾ ਚਾਹੀਦਾ, ਵੰਡੀ ਨਾ ਇਹਨਾਂ ਦਾ। ਮੈਂ ਕਹਿੰਦਾ ਜੀ ਬਿਲਡਿੰਗ ਵੀ ਇੱਕ ਹੋਣੀ ਚਾਹੀਦੀ, ਪ੍ਰਕਾਸ਼ ਇੱਕ ਹੋਣਾ ਚਾਹੀਦਾ। ਬਿਲਡਿੰਗ ਤਾਂ ਚਲੋ ਇੱਕ ਹੈ ਹੀ ਹੈ, ਚਲੋ ਇਹ ਬਿਲਕੁਲ ਤੁਹਾਡੀ ਠੀਕ ਆ ਵੀ ਜੇ ਸਾਡੇ ਘਰ ਬਦਲ ਗਏ ਆ 47 ਵਾਲੇ ਸਾਡੇ ਘਰ ਥੋੜੀ ਰਹੇ ਆ, ਤੇ ਗੁਰੂ ਘਰ ਦੀ ਇਮਾਰਤ ਵੀ ਸੋਹਣੀ ਨਵੀਂ ਬਣੀ। ਸੋਹਣੀ ਨਵੀਂ ਇਮਾਰਤ ਬਣਨੀ ਚਾਹੀਦੀ ਜੀ। ਸਾਡੀ ਡਿਮਾਂਡ ਇਹ ਹੈ ਵੀ ਇਮਾਰਤ ਨਵੀਂ ਬਣੇ, ਵਧੀਆ ਸੋਹਣੀ ਬਣੇ, ਇੱਕ ਪ੍ਰਕਾਸ਼ ਹੋਵੇ ਪਿੰਡ 'ਚ ਜੀ, ਪ੍ਰਸ਼ਾਦ ਦੇ ਇਕੱਠਾ ਬਣੇ। ਹਾਂਜੀ। ਅਸੀਂ ਗੁਰਚਰਨ ਸਿੰਘ ਗੱਟੀ ਹੈਗੇ ਆ, ਇਸ ਇਲਾਕੇ ਦੇ ਪ੍ਰਚਾਰਕ ਹੈ। ਇਸ ਬਾਰਡਰ ਏਰੀਆ 'ਚ ਬਹੁਤ ਪ੍ਰਚਾਰ ਜਿਹੜਾ ਹੈਗਾ ਸਿੱਖੀ ਦਾ ਇਹ ਲਗਾਤਾਰ ਕਰਦੇ। ਦੇਖੋ ਮਾੜਾ ਜਗ੍ਹਾ ਦਿਓ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਉਹ ਇਸ ਪੂਰੇ ਮਾਮਲੇ ਦੀ ਜਿਹੜੀ ਹੈਗੀ ਜਾਣਕਾਰੀ ਰੱਖਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਪਹਿਲੀ ਗੱਲ ਤਾਂ ਵੇਖੋ ਤੁਸੀਂ ਆ ਸਾਰਾ ਕਵਰ ਕੀਤਾ, ਬੜੀ ਸ਼ਰਮ ਦੀ ਗੱਲ ਆਈ। ਹੁਣ ਜਿਹੜੇ ਮੈਂ ਵੀਰਾਂ ਦੇ ਗੱਲਾਂ ਸੁਣੀਆਂ, ਬਜ਼ੁਰਗ ਦੀਆਂ ਸੁਣੀਆਂ, ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਬਣ ਜਾਵੇ, ਸਾਂਝਾ ਗ੍ਰੰਥੀ ਰੱਖਿਆ ਜਾਵੇ। ਤੇ ਮੈਂ ਇੱਕ ਗੱਲ ਕਹਿਣਾ ਆ, ਤੁਸੀਂ ਦੇਖਿਆ ਜਾ ਕੇ ਕਾਰਸੇ ਵਾਲੇ, ਆ ਜੀ ਅਸੀਂ 100 ਫੁੱਟ ਲੰਮਾ ਹਾਲ ਬਣਾਉਣਾ, ਆ ਜੀ ਐਂ ਬਣਾਉਣਾ ਜੀ, ਇੱਧਰ ਐਂ ਬਣਾਉਣਾ, ਇੱਧਰ ਐਂ ਬਣਾਉਣਾ, ਉਹ ਵਿਖਾ ਕੇ ਲੋਕਾਂ ਕੋਲੋਂ ਪੈਸਾ ਇਕੱਠਾ ਕਰਕੇ ਆਪਣਾ ਘਰ ਭਰ ਰਹੇ ਨੇ। ਫਿਰ ਇੱਥੋਂ ਲੈ ਲਓ ਨਾਨਕਸਰੀਏ, ਬਕਾਇਦਾ ਨਾਂ ਲਵਾਂਗਾ, ਇੱਥੇ ਡੇਰੇ ਬਣ ਗਏ ਉਹਨਾਂ ਦੇ। ਉਹ ਕਹਿੰਦੇ ਸਾਡੇ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਨਹੀਂ ਕੋਈ ਕਰ ਸਕਦਾ। ਅਸੀਂ ਜੀ ਗੁਰੂ ਸਾਹਿਬ ਜੀ ਨੂੰ ਐਂ ਮੰਨਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਨੇ। ਜੇ ਗੁਰੂ ਨਾਨਕ ਸਾਹਿਬ ਪ੍ਰਗਟ ਨੂੰ ਮੰਨਦੇ ਹੋ, ਆਪਣੇ ਕਮਰੇ ਇਹਨਾਂ ਦੇ ਵੇਖੋ ਜਾ ਕੇ, ਬਾਥਰੂਮ ਵੇਖੋ, ਜਿਹੜੇ ਮੇਰੇ ਹਿਸਾਬ ਨਾਲ ਉਹਨਾਂ ਦੇ ਪੈਰਾ ਇੰਨਾ ਲਾਇਆ ਗਿਆ ਕਿ ਬੇਗਿਣਤ ਪੈਸਾ ਉਹਦਾ ਕੋਈ ਬਿਆਨ ਹੀ ਨਹੀਂ ਕਰ ਸਕਦੇ। ਤੇ ਸਾਡੇ ਕਮਲੇ ਲੋਕ ਬਾਹਰ ਬੈਠੇ ਡਾਲਰ ਭੇਜ ਉਹਨਾਂ ਨੂੰ। ਆਹ ਵੇਖੋ, ਆਹ ਵੀਡੀਓ ਜ਼ਰੂਰ ਵੇਖ ਕੇ ਕੋਈ ਮਾੜਾ ਮੋਟਾ ਦਿਮਾਗ ਤੇ ਅਕਲ ਤੇ ਹੱਥ ਮਾਰੋ ਵੀ ਕੀ ਹੋ ਰਿਹਾ, ਕੀ ਪਿੰਡ ਹੈਗਾ ਇਸ ਇਲਾਕੇ ਵਿੱਚ ਹੋ ਰਿਹਾ। ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਤੋਂ 5-7 ਸਾਲ ਪਹਿਲਾਂ ਮੈਂ ਇੱਥੇ ਆਇਆ ਸੀ। ਜਿਹੜਾ ਸੱਚਖੰਡ ਵੇਖਿਆ ਨਾ, ਇਹਦੇ ਵਿੱਚੋਂ ਮੇਂਗਣਾ ਇਕੱਠੀਆਂ ਕੀਤੀਆਂ ਸੀ, ਮੇਂਗਣਾ ਚੁਬਿਆਂ ਦੀਆਂ ਇਕੱਠੀਆਂ ਕੀਤੀਆਂ। ਬਹੁਤ ਰੌਲਾ ਪੈ ਗਿਆ, ਪੁਲਿਸ ਆ ਗਈ, ਕਾਫੀ ਹੋ ਗਿਆ। ਪਰ ਇੱਥੇ ਬਾਦਲ ਦਲੀਆਂ ਨੇ ਤੇ ਬਾਦਲਾਂ ਦੇ ਮੈਂਬਰ ਨੇ ਫੁੱਲ ਰੋਲ ਨਿਭਾਇਆ ਵੀ ਇਹਨਾਂ ਨੂੰ ਇੱਕ ਨਾ ਹੋਣ ਦਿੱਤਾ ਜਾਵੇ। ਇਹ ਮੇਰੇ ਨਾਲ ਬੇਸ਼ੱਕ ਕਿਹੜਾ ਮਰਜ਼ੀ ਮੈਂ ਡਿਬੇਟ ਕਰ ਲਵੇ, ਮੇਰੇ ਸਾਹਮਣੇ ਬਹਿ ਜੇ, ਮੈਂ ਮੂੰਹ 'ਤੇ ਕਹਿ ਦਿਆਂਗਾ। ਹੁਣ ਆਪਾਂ ਕੀਤੀ ਨਾਨਸਰੀਆਂ ਦੀ ਗੱਲ ਤੇ ਕਾਰਸੇ ਵਾਲਿਆਂ ਦੀ। ਸ਼੍ਰੋਮਣੀ ਕਮੇਟੀ ਦੇ ਇੱਥੇ ਬੰਦੇ ਆਏ, ਪ੍ਰਚਾਰਕ ਆਏ, ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਮੈਂਬਰ ਜਿਹੜਾ ਪਿੰਡ ਬਾਦਲ ਕੀ ਬੜਾ ਰੌਲਾ ਪਾਉਂਦਾ ਸੀ 295, ਇਹਦਾ ਪਰਚਾ ਦਰਜ ਕਰਾਇਆ, ਬੰਦਿਆਂ ਤੇ ਗੁਰਦੁਆਰਾ ਬਣਨ ਤੋਂ ਰੋਕਿਆ, ਮੇਰੇ ਤੇ ਦੂਸ਼ਣ ਲਾਏ ਵੀ ਇਹ ਗੱਟੀ ਜਿਹੜਾ ਗੁਰਦੁਆਰਾ ਸਾਹਿਬ ਬਣਾ ਰਿਹਾ ਜੀ, ਉਹ ਕਰ ਰਿਹਾ, ਬਣ ਗਿਆ ਉਹ। ਇੱਥੇ ਹੁਣ ਜਿਹੜਾ 295 ਇਹ ਪਿੰਡ ਵਾਲਿਆਂ ਤੇ ਨਹੀਂ ਬਣਦੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਣਦੀ ਏ ਵੀ ਤੁਸੀਂ ਇਹ ਵੇਖ ਕੇ ਤੁਸੀਂ ਘਿਓਰ ਬੇਅਦਬੀ ਕਰ ਰਹੇ ਜੇ, ਤੁਸੀਂ ਕੀ ਕੀਤਾ। ਖਾਲਸਾ ਜੀ, ਗੁਰੂ ਸਾਹਿਬ ਦੀ ਗੁਲਕ 'ਚ 1 ਕੱਪ ਰੁਪਈਆ ਪਾਉਣੇ ਆ। ਇੱਥੇ ਆ ਕੇ ਵੇਖਿਆ, ਇਹਨਾਂ ਨੂੰ ਪਤਾ ਲੱਗਾ ਵੀ ਪਿੰਡ ਦਾ ਰੌਲਾ। ਉੱਥੋਂ ਇਹ ਸ਼੍ਰੋਮਣੀ ਕਮੇਟੀ ਕਹਿੰਦੀ ਭਾਈ ਨਾ ਤੁਹਾਡਾ ਗ੍ਰੰਥੀ ਰੱਖਾਂਗੇ ਨਾ ਤੁਹਾਡਾ ਰੱਖਾਂਗੇ, ਗੁਰਦੁਆਰਾ ਸਾਹਿਬ ਤੁਹਾਨੂੰ ਬਣਾ ਕੇ ਦੇਣੇ, ਅਸੀਂ ਗ੍ਰੰਥੀ ਰੱਖਣਾ ਸ਼੍ਰੋਮਣੀ ਕਮੇਟੀ ਤੋਂ। ਨਾਲ ਰਾਗੀ ਜਥਿਆ, 2 ਟਾਈਮ ਕੀਰਤਨ ਹੋਏਗਾ, 1 ਕਥਾਵਾਚਕ ਹੋਏਗਾ। ਜਿੰਨੀ ਵੋਟ ਦੱਸੀ ਇਹ ਸਾਰੇ ਗੁਰੂ ਕੇ ਸਿੱਖ ਬਣਨਗੇ। ਉੱਥੋਂ ਰੋਜ਼ ਪਖੰਡ ਕਰ ਦਿੰਦੇ ਆ, ਪਖੰਡ ਦਾ ਇੱਕ ਢੋਂਜ ਕਰਕੇ ਉੱਥੋਂ ਹਰਪ੍ਰੀਤ ਬੋਲ ਦਿੰਦਾ ਜੀ ਸਾਈ ਧਰਮ ਦੇ ਵਿੱਚ ਲੋਕ ਜਾ ਰਹੇ ਆ ਜੀ, ਸਿੱਖੀ ਵਿੱਚ ਨਹੀਂ ਆ ਰਹੇ। ਆਉਣਗੇ ਕਿਵੇਂ ਬਈ, ਦੱਸੋ ਕਿਵੇਂ ਆਉਣਗੇ? ਤੁਸੀਂ ਕੀਤਾ ਕੀ ਯਾਰ? ਮੈਂ ਤਾਂ ਇਹ ਗੱਲ ਕਹਿਣਾ ਸੰਗਤਾਂ ਬਾਹਰਲੀਆਂ ਨੂੰ, ਮੈਂ ਆਪਣਾ ਨੰਬਰ ਵੀ ਦੇ ਦਿੰਦਾ ਆ, ਮੇਰੇ ਨੰਬਰ 'ਤੇ ਸੰਪਰਕ ਕਰ ਲਓ। ਮੈਂ ਕਿਤੇ ਨਹੀਂ ਗਿਆ, ਮੈਂ ਹਰ ਵੀਡੀਓ 'ਚ ਬੋਲਦਾ ਆ, ਮੈਂ ਬਾਰਡਰ 'ਤੇ ਰਿਹਾ ਆ, ਇੱਥੇ ਸੇਵਾ ਕੀਤੀ ਹੈ। ਪਰ ਮੇਰੇ ਕੋਲ ਸਿਰਫ ਇੱਥੋਂ ਤੱਕ ਪੈਸਾ ਹੈਗਾ ਵੀ ਮੋਟਰਸਾਈਕਲ 'ਚ ਤੇਲ ਪਾ ਕੇ ਜਾਂ ਗੱਡੀ 'ਚ ਪਾ ਕੇ ਇਹਨਾਂ ਦੇ ਜਾ ਕੇ ਮੈਂ ਆਪਦੇ ਸੰਗ ਰਹੀ ਪ੍ਰਚਾਰ ਕਰਨਾ। ਮੇਰੇ ਕੋਲ ਬਿਲਡਿੰਗਾਂ ਜੋਗੇ ਨਹੀਂ ਜੇ ਹੁੰਦੇ ਤਾਂ ਮੈਂ ਬਣਾ ਦੇਣੀ ਸੀ, ਇੱਥੇ ਰੌਲਾ ਖਤਮ ਕਰ ਦੇਣਾ ਸੀ। ਪਰ ਖਾਲਸਾ ਜੀ, ਜਿਹੜੇ ਤੁਸੀਂ ਉੱਥੋਂ ਪੈਸੇ ਸਾਧ ਵਿਗੜੇ ਨੂੰ ਦੇ ਦਿੰਦੇ ਆ। ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦਾ ਜੀ ਅਸੀਂ
ਤੁਸੀਂ ਫਲਾਣਾ ਨਾਨਕਸਰੀਆ ਬਾਬਾ ਹੈਗਾ, ਬੜੇ ਪੈਸੇ ਦਿੱਤੇ ਨੇ, ਉਹਨਾਂ ਦੇ ਜਿਹੜੀਆਂ ਸੀਟਾਂ ਨੇ ਨਾ ਜਿੱਥੇ ਜੰਗਲ ਪਾਣੀ ਜਾਣਾ ਹੈ, ਘੱਟ ਤੋਂ ਘੱਟ 50-50 ਹਜ਼ਾਰ ਦੀਆਂ 2-2 ਲੱਖ ਦੀਆਂ ਨੇ, ਉਹ 2-2 ਲੱਖ ਦੀਆਂ ਤੇ ਜੰਗਲ ਪਾਣੀ ਜਾਂਦਾ ਹੈ। ਸ਼ਰਮ ਨਾਲ ਮਰ ਜਾਣਾ ਸਾਨੂੰ ਸਿੱਖ ਕਹਾਉਣ ਤੇ। ਇੱਥੇ ਵੇਖੋ ਪੁਰਾਣੀ ਮਸਜਿਦ ਦੇ ਵਿੱਚ ਇੱਕ ਹਾਲ ਦੇ ਵਿੱਚ 2 ਗੁਰੂ ਗ੍ਰੰਥ ਸਾਹਿਬ ਦੇ। ਖਾਲਸਾ ਜੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਸ਼੍ਰੋਮਣੀ ਕਮੇਟੀ ਡਰਾਮਾ ਕਰਦੀ ਬਾਦਲ ਦਾ ਜਨਮ ਦਿਨ ਸੀ ਇਕਰਾ ਚੇਤਾ ਹੋਣਾ, ਮਰਨ ਦਿਨ ਮਨਾ ਲੈਂਦਾ। ਉੱਥੇ ਇਹਨਾਂ ਨੇ ਕੀਤਾ 2 ਕਰੋੜ ਦਾ ਚੈੱਕ ਦਿੱਤਾ ਤੇ ਇਸ ਪਿੰਡ ਦੇ ਵਿੱਚ ਆਏ ਸੀ ਤੁਸੀਂ 2 ਕਰੋੜ ਨਹੀਂ 50 ਲੱਖ ਦਾ ਚੈੱਕ ਲੈ ਕੇ ਤੇ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੰਦੇ, ਦੋਨਾਂ ਨੂੰ ਇਕੱਠਿਆਂ ਕਰ ਦਿੰਦੇ। ਤੇ ਕੀ ਤੁਹਾਡਾ ਵਿਗੜ ਚੱਲਿਆ ਸੀ ਤੇ ਕੀ ਤੁਹਾਨੂੰ ਮੈਂ ਇੱਕ ਹੋਰ ਅਪੀਲ ਕਰਦਾ, ਨੰਬਰ ਮੇਰਾ ਯਾਦ ਕਰ ਲਓ, ਜਿਹਨੇ ਵੀ ਸੰਪਰਕ ਕਰਨਾ ਹੈ, ਜਿਹਨੇ ਕੋਈ ਹਿੱਸਾ ਪਾਉਣਾ ਇਸ ਪਿੰਡ ਦੇ ਵਿੱਚ, ਮੈਂ ਨਹੀਂ ਲਵਾਂਗਾ, ਤੁਹਾਨੂੰ ਮੈਂ ਦੱਸਾਂਗਾ, ਤੁਸੀਂ ਆਪਦੇ ਹੱਥੀਂ ਆਣ ਕੇ ਤੇ ਸੇਵਾਵਾਂ ਕਰ ਜੋ। 94 654 08302 ਇਹ ਕਦੋਂ ਮਰਜ਼ੀ ਕੋਈ ਸੰਪਰਕ ਕਰ ਲੈ ਮੇਰੇ ਨਾਲ, ਮੈਂ ਸੇਵਾ ਵਿੱਚ ਹਾਜ਼ਰ ਹਾਂ। ਤੇ ਖਾਲਸਾ ਜੀ ਨਾਲ ਮੈਂ ਫਿਰ ਅਪੀਲ ਕਰਦਾ ਹਾਂ, ਗੁਰੂ ਘਰ ਦੇ ਵਿੱਚ ਅਸੀਂ 1-1 ਰੁਪਈਆ ਪਾਉਣੇ ਆ, ਉਹ ਰੁਪਈਆ ਅਸੀਂ ਇੱਥੇ ਇਹ ਗੁਰੂ ਘਰਾਂ ਦੇ ਵਿੱਚ ਲਾਉਣਾ। ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਸਾਈ ਬਣਦੇ ਆ, ਇਸ ਪਿੰਡ ਦੇ ਨੇੜੇ 5 ਕਿੱਲਿਆਂ ਵਿੱਚ ਚਰਚ ਬਣਾ ਦਿੱਤੀ ਸਾਈਆਂ ਨੇ, ਇਹ ਪਿੰਡ ਦੇ ਵਿੱਚ ਲੋਕਾਂ ਨੂੰ ਉਧਰ ਲਿਜਾ ਰਹੇ ਆ। ਪਰ ਸਾਡੇ ਡਰਾਮੇਬਾਜ਼ ਇਹ ਆਪਣਾ ਦਰਬਾਰ ਸਾਹਿਬ ਦਾ ਕਿਹੜਾ ਆਇਆ ਸਿੰਘ ਸਾਹਿਬ ਹੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੂੰ ਆਇਆ, ਦਰਬਾਰ ਸਾਹਿਬ ਤੋਂ ਚਿੱਠੀਆਂ ਇਹਨਾਂ ਨੇ ਪਾਈਆਂ ਕਿ ਤੁਹਾਨੂੰ ਸ਼ਰਮ ਨਹੀਂ ਆਈ, ਭੋਰਾ ਵੀ ਬੇਸ਼ਰਮੀ ਹੋ ਗਏ ਤੁਸੀਂ। ਇੱਥੇ ਆ ਕੇ ਤੁਸੀਂ ਇੱਕ ਦਬਾਅ ਪਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਤਿਆਰ ਕਰਨ ਦੇ, ਹਾਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਜਾਣੀ ਸੀ। ਪਤਾ ਕਿਵੇਂ ਹੋਣੀ ਸੀ? ਇੱਥੇ ਗੁਰਦੁਆਰਾ ਸਾਹਿਬ ਪਿੰਡ ਬਣਾ ਲੈਂਦਾ ਬਹੁਤ ਸੋਹਣਾ, ਗੋਲਕ ਦੇ ਵਿੱਚ ਆਮਦਨ ਹੁੰਦੀ, ਇਹਨਾਂ ਕਹਿਣਾ ਹਟੋ ਪਿੱਛੇ, ਇਹ ਸਾਨੂੰ ਦੇ ਦਿਓ, ਕਰਦੇ ਨਾ ਲੈ ਲੈਣਾ ਕਬਜ਼ੇ ਇਹਨਾਂ ਨੇ ਗੁਰੂ ਘਰਾਂ ਦੇ। ਉਹ ਬਸ਼ਰਮੋ ਸ਼ਰਮ ਲਾ ਕੇ ਤੁਸੀਂ ਰੱਖ ਲਈ ਤੇ ਸਿੱਖੋ ਆਏ ਸ਼ਰਮ ਕਰੋ। ਗੁਰੂ ਰਾਮਦਾਸ ਪਾਤਸ਼ਾਹ ਦੀ ਗੋਲਕ ਨਹੀਂ ਰਹਿ ਗਈ, ਬਾਦਲਾਂ ਦੀ ਰਹਿ ਗਈ। 1 ਰੁਪਈਆ ਨਾ ਪਾਵੋ ਜੇ ਬਾਦਲ ਭਜਾਉਣੇ ਜੇ, ਪੰਥ ਬਚਾਉਣਾ ਜੇ। ਤੇ ਜਿਹੜੇ ਸਿੱਖ ਦਾਨੀ ਨੇ ਵੀਰੋ, ਤੁਹਾਨੂੰ ਦਾਨ ਦੇਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਹਾਂ, ਦਾਨ ਐਵੇਂ ਨਾ ਦਿੱਤੀ ਜੋ। ਜਿਹੜੇ ਆਪਣੇ ਘਰਾਂ 'ਚ ਲਾਈ ਜਾਂਦੇ ਆ, ਵੱਡੀਆਂ ਬਾਥਰੂਮ ਦੀਆਂ ਫਲੱਸਾਂ ਵਿੱਚ ਹੀ ਲਾਈ ਜਾਂਦੇ ਆ, ਜਿਹੜੇ ਨਾਨਸਰੀਏ ਹੋਰ ਨੇਕਾ ਤੋਕਾ ਨਾ ਦਿਓ ਉਹਨਾਂ ਨੂੰ, ਇੱਥੇ ਗਰੀਬਾਂ ਨੂੰ ਦਿਓ। ਇੱਥੇ ਆਪਾਂ ਹਾਲ ਬਣਾ ਦਈਏ ਗੁਰੂ ਘਰ, ਇੱਕ ਪੈਲੀ 2 ਕਿੱਲੇ ਕਿੱਲਾ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਬਣਾ ਦਈਏ, ਬਣਾ ਕੇ ਗੁਰਦੁਆਰਾ ਸਾਹਿਬ ਗ੍ਰੰਥੀ ਆਪਾਂ ਆਪਦੇ ਵੱਲੋਂ ਰੱਖ ਦਈਏ। ਪਿਆਰੋ ਇਹ ਰੌਲਾ ਹੀ ਖਤਮ ਹੋ ਜੇ, ਇਹ ਗੁਰੂ ਸਾਹਿਬ ਜੀ ਦੇ ਉੱਥੇ ਪ੍ਰਕਾਸ਼ ਹੋ ਜਾਣ, ਉੱਥੇ ਨਾਲ ਪਿਆਰੋ ਕਮਰੇ ਬਣ ਜਾਣ, ਉੱਥੇ ਗਤਕਾ ਸਿਖਾਇਆ ਜਾਵੇ, ਸਿੱਖੀ ਵਿੱਚ ਲਿਆਂਦਾ ਜਾਵੇ। ਜਿਹੜੇ ਤੁਸੀਂ ਦੱਸਿਆ 10,000 ਕੇ 5,000 ਵੋਟ ਏ ਤੇ 2 ਤੋਂ 5 ਜਾਂ 10 ਸਿੰਘ ਨੇ, ਤੇ ਜਿਹੜੀ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਬੜਾ ਪ੍ਰਚਾਰ ਕੀਤਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ। ਕੋਈ ਮੈਨੂੰ ਦੱਸੋ ਇਸ ਪਿੰਡ ਦੇ ਵਿੱਚ ਜਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੇ ਪ੍ਰਚਾਰ ਕੀਤਾ ਹੋਵੇ? ਖਾਲਸਾ ਜੀ ਮੇਰੇ ਵੱਲੋਂ ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ, ਮੈਂ ਵੀਰ ਜੀ ਤੁਸੀਂ ਆਏ, ਤੁਹਾਨੂੰ ਸਾਰੇ ਪਿੰਡ ਮੈਂ ਦੱਸੇ ਨੇ, ਇੱਕ ਪਿੰਡ ਜਾ ਕੇ ਤੁਸੀਂ ਮੇਰੇ ਤੋਂ ਬੁਲਾਦਾ ਜਾ ਕੇ ਇੰਟਰਵਿਊ ਲੈ ਲਓ ਵੀ ਇੱਥੇ ਕੌਣ ਪ੍ਰਚਾਰ ਕਰਕੇ ਗਿਆ ਤੇ ਕਿਵੇਂ ਆਇਆ। ਹਰ ਪਿੰਡ ਵਿੱਚ ਪ੍ਰਚਾਰ ਕੀਤਾ, ਪਰ ਕਿਸੇ ਦੇ ਕੋਲੋਂ ਮੰਗਤਾ ਬਣ ਕੇ ਛਿੱਲੜ ਨਹੀਂ ਮੰਗੇ ਵੀ ਮੈਂ ਪੈਸੇ ਇਕੱਠੇ ਕਰਨੇ ਨੇ। ਇਹ ਜਿਹੜੇ ਲੋਕ ਨੇ ਸਾਧ ਲਾਣਾ, ਬੋਰੀਆਂ ਇਕੱਠੀਆਂ ਕਰਦਾ, ਪਿਆਰੋ ਕੋਥੇ ਬਣਾਉਂਦਾ, ਇਹਨਾਂ ਨੂੰ ਹੀ ਸ਼ਰਮ ਆਉਣੀ ਚਾਹੀਦੀ ਹੈ। ਪਿੰਡ ਦਾ ਮੈਂ ਕਸੂਰ ਨਹੀਂ ਬਣਾਂਗਾ, ਪਿੰਡ ਵਿਚਾਰਾ ਇਹ ਆ ਇਸ ਤਰ੍ਹਾਂ ਦੇ ਨੇ। ਇੱਥੇ ਆਪਾਂ ਪ੍ਰਚਾਰ ਕਰਨ ਲੱਗ ਪਈਏ, ਸ਼ਰਾਬਾਂ ਛੱਡ ਦੇਣਗੇ, ਨਸ਼ੇ ਛੱਡ ਦੇਣਗੇ, ਸਿੱਖੀ 'ਚ ਆ ਜਾਣਗੇ। ਅਸੀਂ 10ਮ ਗ੍ਰੰਥ ਦਾ ਰੌਲਾ ਪਾ ਕੇ ਪੰਥ ਨੂੰ ਲੜਾ ਦਿੱਤਾ, ਅਸੀਂ ਹੋਰ ਮੁੱਦੇ ਚੁੱਕ ਲਏ। 10ਮ ਗ੍ਰੰਥ ਦੀ ਕਥਾ ਸੰਤ ਗਿਆਨੀ ਜਰਨੈਲ ਸਿੰਘ ਨੇ ਕੀਤੀ, ਸੁਣ ਲਓ, ਲੋੜ ਨਹੀਂ ਮੁੱਦੇ ਚੁੱਕਣ ਦੀ, ਸਾਨੂੰ ਸਿੱਖ ਹੀ ਇਹ ਬਣਾ ਲਈਏ। ਇਹ ਲੋਕ ਓਨਾ ਹੀ ਬੜਾ, ਸਾਈ ਧਰਮ ਇੱਕ ਛੋਟਾ ਜਿਹਾ ਧਰਮ, ਨਿੱਕਾ ਜਿਹਾ ਧਰਮ, ਕੋਈ ਉਹਨਾਂ ਦੀ ਗੋਲਕ ਵੱਡੀ ਨਹੀਂ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਨੇ, ਪਿੰਡਾਂ ਦੇ ਵਿੱਚ ਲੋਕਾਂ ਦੇ ਇਲਾਜ ਲਈ ਲਾ ਰਹੇ ਨੇ। ਇਹ ਮੈਂ ਗੱਲ ਕਰਦਾ ਤੇ 5 ਕਿੱਲਿਆਂ ਦੇ ਵਿੱਚ ਰੋਡ ਦੇ ਉੱਤੇ ਇੱਥੇ ਲੰਘਿਆ ਜੇ ਚਰਚ ਬਣਾਤੀ, ਤੇ ਉਹ ਪੈਲੀ ਮੈਨਾ ਸਭ ਤੋਂ ਜ਼ਿਆਦਾ ਰੇਟ ਉਹਨਾਂ ਨੇ ਭਰ ਕੇ, ਘੱਟ ਤੋਂ ਘੱਟ ਕਿੰਨਾ 30-40 ਲੱਖ ਕਿੱਲੇ ਦਾ ਭਰਿਆ, 45 ਲੱਖ ਰੁਪਏ ਕਿੱਲੇ ਦਾ। ਉਹ ਮਰ ਜਾਓ ਸ਼ਰਮ ਨਾਲ, ਤੁਸੀਂ ਜਿਹੜੇ ਸਿੱਖ ਘਵਾਉਂਦੇ ਹੋ, ਠੇਕੇਦਾਰ ਬਣੇ ਖੜੇ ਹੋ। 45 ਲੱਖ ਦੇ ਹਿਸਾਬ ਤੇ ਉਹਨਾਂ ਚਰਚ ਬਣਾਤੀ। ਤੇ ਤੁਹਾਡਾ ਕੀ ਆ? ਸ਼੍ਰੋਮਣੀ ਕਮੇਟੀ ਕਿੰਨੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਕਿੱਧਰ ਛੱਡ ਦਿੱਤੀ? ਇਹ ਹੀ ਖਾਲਸਾ ਜੀ ਇੰਨੀਆਂ ਬੇਨਤੀਆਂ ਮੈਂ ਕਰਦਾ, ਫਤਿਹ ਬੁਲਾਉਣਾ ਆ। ਜੇ ਕੋਈ ਇਹਨਾਂ ਨੂੰ ਮਾੜੀ ਮੋਟ ਸ਼ਰਮ ਹੋਵੇਗੀ ਤੇ ਖਾਲਸਾ ਜੀ ਇਹ ਇੱਕ ਨਹੀਂ ਗਾ। ਹੁਣੇ ਮੈਨੂੰ ਫੋਨ ਆਇਆ ਪਿੰਡ ਠੱਗਣੀ ਦਾ, ਹੁਣੇ ਆਇਆ, ਬੜਾ ਵੱਡਾ ਵਿਵਾਦ ਉੱਥੇ ਖੜਾ ਹੋਇਆ। ਮੈਂ 5 ਵਾਰੀ ਜਾ ਆਇਆ, ਨਹੀਂ ਨਿਬੜਿਆ। ਹੁਣ ਕੀ ਹੋਇਆ? ਗ੍ਰੰਥੀ ਉੱਥੇ ਨੇ ਸੇਵਾ ਨਹੀਂ ਕੀਤੀ, ਗ੍ਰੰਥੀ ਨੇ ਕਿਸੇ ਸੇਵਾ ਨਹੀਂ ਕੀਤੀ। ਮੈਨੂੰ ਹੁਣੇ ਆ ਫੋਨ ਆਇਆ, ਕਹਿੰਦੇ ਬਾਬਾ ਜੀ ਸਵੇਰੇ ਤੜਕੇ ਆਓ। ਹੁਣ ਤੜਕੇ ਉੱਥੇ ਜਾਣਾ ਹੈ। ਪਰ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜਿਹੜੇ ਉੱਥੋਂ ਤਨਖਾਹਾਂ ਲੈਂਦੇ ਨੇ, ਝੂਠੀਆਂ ਚਿੱਠੀਆਂ ਬਣਾ ਕੇ, ਝੂਠਾ ਕੰਮ ਕਰਕੇ ਉਹ ਲੋਕਾਂ ਦੇ ਪਰਚੇ ਦਰਜ ਕਰਾਉਂਦੇ ਨੇ। ਆਓਗਾ ਪੁੱਤਰੋ, ਆ ਮੈਂ ਨਾਂ ਲੈਤਾ, ਜਾਓ ਪਿੰਡ ਠੱਗਣੀ ਦੇ ਵਿੱਚ, ਫਾਈਲ ਕਿਤੇ ਨਾਲ ਹੀ ਹੈ, ਬਾਰਡਰ 'ਤੇ ਹੀ ਪੈ ਜਾਂਦਾ। ਇਸ ਤਰ੍ਹਾਂ ਖਾਲਸਾ ਜੀ ਇਹ ਲੋਕਾਂ ਨੇ ਸਾਡਾ ਜਿਹੜਾ ਘਾਣ ਕੀਤਾ, ਇਹ ਜਿਹੜੇ ਸਿੱਖ ਨੇ ਸਾਰੇ ਸਿੱਖੀ 'ਚ ਪ੍ਰਤੱਖ ਸੀ, ਇਹਨਾਂ ਦੇ ਦਾਦੇ ਪੜਦਾਦੇ ਉਹ ਦਮਾਲੇ ਸਜਾਇਆ ਕਰਦੇ ਸੀ। ਪਰ
ਸਾਡੀ ਸ਼੍ਰੋਮਣੀ ਕਮੇਟੀ ਤੇ ਕਾਬਜ ਨਰੈਣੂ ਮੰਨਤ ਹੋਇਆ, ਇਹਨਾਂ ਨੇ ਸਿੱਖੀ ਦਾ ਪ੍ਰਚਾਰ ਨਾ ਕੀਤਾ। ਸਾਧ ਲਾਣੇ ਨੇ ਆਪਣੇ ਗੋਡੇ ਘਟਾ ਕੇ ਬੀਬੀਆਂ ਦੇ ਕੋਲ ਪਕਾ ਕੇ ਪ੍ਰਸ਼ਾਦੇ ਉਹ ਆਪਦੇ ਮੂੰਹ ਵਿੱਚ ਪਵਾਏ, ਰੋਟੀਆਂ ਪਕਾਉਣ ਜੋਗੇ ਨਹੀਂ। ਇਹ ਲੋਕਾਂ ਨੇ ਸਾਡੀ ਸਿੱਖ ਕੌਮ ਦਾ ਨੁਕਸਾਨ ਕੀਤਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸਾਨੂੰ ਲੱਗਦਾ ਹੈ ਬਈ ਅਸੀਂ ਤਾਂ ਕਹਿੰਦੇ ਆ ਪਿੰਡ ਅਮਨ ਅਮਾਨ ਵਸੇ, ਕੋਈ ਬਰਾਦਰੀਵਾਦ ਨਾ ਖੜੀ ਹੋਵੇ। ਚਲੋ ਮੱਥਾ ਕੋਈ ਇੱਦੇ ਟੇਕੀ ਜਾਂਦਾ, ਕੋਈ ਉਹਦੀ ਟੇਕੀ ਜਾਂਦਾ। ਇੱਥੇ ਮੈਂ ਤਾਂ 2-3 ਸਾਲ ਹੋ ਗਏ ਜਿਹੜਾ ਇੱਥੇ ਕਦੇ ਕੋਈ ਆਇਆ ਖੜਾ ਜਥੇਦਾਰ, ਕਦੇ ਕੋਈ ਜਥੇਦਾਰ ਆਇਆ ਖੜਾ, ਕੋਈ ਕਮੇਟੀ ਦਾ ਬੰਦਾ ਆਇਆ ਖੜਾ ਹੈ। ਆ ਜਿਹੜੀ ਹੁਣ ਇਹ ਗੱਲ ਇਹਨਾਂ ਨੇ ਕੀਤੀ ਹੈ, ਵਾਕਿਆ ਇਹ ਗੱਲ ਨਾਲ ਅਸੀਂ ਸਹਿਮਤ ਹੋ ਗਏ ਵੀ ਪ੍ਰਕਾਸ਼ ਇੱਕ ਹੋਣਾ ਚਾਹੀਦਾ ਹੈ। ਉਹ ਇੱਥੇ ਸਾਡੇ ਕੋਲ ਆਏ, ਅਸੀਂ ਲਿਖ ਕੇ ਦੇ ਦਿੱਤਾ ਬਈ ਸਾਨੂੰ ਕੋਈ ਇਤਰਾਜ਼ ਨਹੀਂ, ਪ੍ਰਕਾਸ਼ ਜਿਹੜੇ ਨੇ ਇੱਕ ਹੋਣਾ ਚਾਹੀਦਾ ਹੈ, ਤੇ ਅਸੀਂ ਸਹਿਮਤ ਹੋ ਗਏ। ਸਮਝ ਆ ਗਈ ਨਾ ਬਈ ਇੱਕ ਦਿਨ ਉਹ ਪੜ੍ਹੇ, ਇੱਕ ਦਿਨ ਉਹ ਬਾਬਾ ਸਾਹਿਬ ਨੂੰ ਪੜ੍ਹੇ, ਤੇ ਕੋਈ ਇਤਰਾਜ਼ ਨਹੀਂ। ਬਾਕੀ ਇਹ ਤਾਂ ਹੁਣ ਐਵੇਂ ਕੋਈ ਗੱਲ ਹੋ ਰਹੀ, ਇਹ ਕੋਈ ਹੈ ਨਹੀਂ ਬਈ ਨਿਰੀਦਾਰ, ਮਤਲਬ ਇਹ ਰੋਲਾ ਜਾਂਦਾ ਕੋਈ ਦੋਨਾਂ ਦਾ ਆਪਸ ਜਿੱਦਾਂ ਇਹ ਕਹਿੰਦੇ ਵੀ ਅਸੀਂ ਬੁਲਾਉਂਦੇ ਨੇ ਇੱਕ ਦੂਜੇ ਨੂੰ, ਇਦਾਂ ਇਹ ਆਪਸ ਬਾਕੀ ਇਹ ਢਿੱਡ ਹਰਕ ਦਾ ਲੱਗੋ ਹੈ ਨਾਲ। ਹੁਣ ਆਪਾਂ ਜੀ ਇਹਨੂੰ ਭਾਈ ਨੂੰ ਆਖੀ ਤੂੰ ਘਰੇ ਜਾ, ਜਾਂ ਕਸ਼ਮੀਰ ਸਿੰਘ ਨੂੰ ਆ ਘਰੇ ਜਾ, ਤਾਂ ਰੋਟੀ ਕਿੱਥੋਂ ਖਾਣ? ਸਾਰਾ ਕੰਮ ਢਿੱਡ ਦਾ ਪੇਟ ਪਿੱਛੇ। ਤੁਸੀਂ ਪੇਟ ਪਿੱਛੇ ਲੱਗ ਫਿਰਦੇ ਨੇ, ਮੈਂ ਹੀ ਪੇਟ ਪਿੱਛੇ ਲੱਗ ਫਿਰਦਾ, ਇਹ ਪੇਟ ਪਿੱਛੇ ਕੰਮ ਅਮਨ ਮਾਰ ਚੱਲੀ ਜਾਂਦਾ ਹੈ। ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਬਈ ਗੁਰਦੁਆਰਾ ਜਿਹੜਾ ਨਹੀਂ ਅਸੀਂ ਇੱਕ ਹੋਰ ਬਣਾਈਏ। ਅੱਜ ਵੀ ਸਾਡੇ ਬੰਦੇ ਇਕੱਠੇ ਹੋਏ, ਅੱਗੇ ਵੀ ਇਕੱਠੇ ਹੋਏ ਨੇ ਬਈ ਇਹ ਗੁਰਦੁਆਰੇ ਦੇ ਵਿੱਚ ਅਸੀਂ ਇਹ ਗੁਰਦੁਆਰੇ ਦੇ ਵਿੱਚ ਕੰਧ ਵੀ ਪਾ ਦੇ ਵੇਖੀਏ। ਗੁਰਦੁਆਰਾ ਆਪੋ ਆਪ ਹੀ ਕੀਤਾ ਹੈ। ਫਿਰ ਵੱਡੇ ਬੰਦੇ ਜੁੜੇ, ਉਹਨਾਂ ਕਹੇ ਯਾਰ ਤੁਸੀਂ ਬਾਬੇ ਨੇ ਕਿਉਂ ਵੰਡੀ ਬੈਠੇ ਨੇ, ਅਸੀਂ ਫਿਰ ਕੰਧ ਢਾਹ ਦਿੱਤੀ। ਸਮਝ ਇਹਨਾਂ ਦਾ ਤਾਇਆ ਸੀ ਜਗਤਾਰ ਸਿੰਘ, ਉਹ ਸੇਵਾ ਉਹ ਕਰਦਾ ਰਿਹਾ, ਇਹਦਾ ਡੈਡੀ ਸੀ, ਇਕੱਠੀ ਇਹ ਸੇਵਾ ਕਰਦੇ ਰਹੇ। ਮੇਰਾ ਖਿਆਲ ਸੰਨ 47 ਤੋਂ ਬਾਅਦ ਇਹ ਉਵੇਂ ਹੀ ਜਿਉਂ ਮਾਲਕ ਕੀਤਾ ਸਾਡੇ ਕੋਲ, ਤੇ ਇਹ ਗੁਰਦੁਆਰੇ ਦੀ ਜਗ੍ਹਾ ਬਣੀ ਨਹੀਂ ਗਈ। ਚਲੋ ਮੁਸਲਮਾਨਾਂ ਦਾ ਅਸੀਂ ਧੰਨਵਾਦ ਕਰਨਾ, ਜਿਹੜੀ ਮਸਜਿਦ ਬਣੀ ਹੋਈ ਸੀ ਸਾਨੂੰ ਦੇ ਗਏ। ਕਰੋ ਹਿੰਮਤ, ਐਡਾ ਤਗੜਾ ਪਿੰਡ ਹੈ ਤੁਹਾਡਾ। ਮੈਂ ਉਹਦੀ ਪਰ ਅਸੀਂ ਲੱਗੇ ਹੋਏ ਹਾਂ ਬਿਲਕੁਲ, ਅੱਜ ਵੀ ਇਕੱਠੇ ਹੋਏ ਹਾਂ, ਅੱਗੇ ਵੀ ਇਕੱਠੇ ਹੋਏ ਹਾਂ ਵੀ ਆਪਾਂ ਨਾ ਇੱਕ ਗੁਰਦੁਆਰੇ ਦੇ ਵਿੱਚ ਜਗ੍ਹਾ, ਪਿੰਡ ਬਹੁਤ ਵੱਡਾ ਹੈ ਤੇ ਆਪਾਂ ਗੁਰਦੁਆਰੇ 2 ਬਣਾਈਏ। ਅਸੀਂ ਕੋਸ਼ਿਸ਼ ਲੱਗੇ ਹੋਏ ਹਾਂ। ਅੱਗੇ ਵੀ ਇੱਥੇ ਬਾਬੇ ਸਾਹਿਬ ਆਏ ਨੇ, ਅੰਮ੍ਰਿਤਸਰੋਂ ਆਏ ਨੇ, ਪ੍ਰਬੰਧਕ ਕਮੇਟੀ ਦਾ ਕੀ ਆਇਆ ਸੀ ਉਦੋਂ ਵੀ ਪ੍ਰਚਾਰਕ ਆਇਆ ਸੀ, ਇੱਕ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆਇਆ ਸੀ। ਉਹਨੂੰ ਵੀ ਅਸੀਂ ਇਹ ਗੱਲ ਕੀਤੀ ਸੀ ਬਈ ਠੀਕ ਹੈ ਪਿੰਡ ਵੱਡਾ, ਅਸੀਂ ਗੁਰਦੁਆਰੇ 2 ਬਣਾਉਣਾ ਚਾਹੁੰਦੇ ਹਾਂ। ਹੁਣ ਵੀ ਅਸੀਂ ਅੱਜ ਵੀ ਮੀਟਿੰਗ ਅਸੀਂ ਰੱਖੀ ਹੋਈ ਹੈ ਤੇ ਬਈ ਆਪਾਂ ਕੋਈ ਪ੍ਰਬੰਧ ਕਰੀਏ, ਕੋਈ ਜਗ੍ਹਾ ਦਾ ਜਾਂ ਕੋਈ ਆਪਾਂ ਕਿਸ ਤਰ੍ਹਾਂ ਦਾ ਆਪਾਂ ਗੁਰਦੁਆਰੇ 2 ਬਣਾਈਏ। ਬਾਕੀ ਅਸੀਂ ਹੁਣ ਕਿਹਨੂੰ ਕੱਢੀਏ, ਅਸੀਂ ਇਹ ਮਤਲਬ ਜਿਹੜੀ ਗੱਲ ਤੁਹਾਡਾ ਆਪ ਹੀ ਤੁਸੀਂ ਸਿਆਣੇ